ਸਤਿ ਸ਼੍ਰੀ ਅਕਾਲ। ਨਿਊਜ਼ 18 ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਖਬਰਾਂ ਦਾ ਪ੍ਰਾਈਮ ਟਾਈਮ ਲੈ ਕੇ ਮੈਂ ਵਿਜੇਪਾਲ ਸਿੰਘ ਬਰਾੜ ਤੁਹਾਡੇ ਸਾਹਮਣੇ ਹਾਜ਼ਰ ਹਾਂ। ਅੱਜ ਗੱਲ ਹੋਏਗੀ ਕਰੋਨਾ ਦੀ, ਕਰੋਨਾ ਦੇ ਦੂਸਰੇ ਸਟ੍ਰੇਨ ਦੀ। ਕਰੋਨਾ ਕਿੰਨਾ ਜ਼ਿਆਦਾ ਖਤਰਨਾਕ ਹੈ, ਦੂਸਰੀ ਜਿਹੜੀ ਲਹਿਰ ਹੈ ਉਸਨੇ ਕਿੰਨੀ ਤਬਾਹੀ ਮਚਾਈ ਹੈ, ਕਿੰਨੇ ਕੇਸ ਜਿਹੜੇ ਨੇ ਦੇਸ਼ ਭਰ ਦੇ ਵਿੱਚ ਲਗਾਤਾਰ ਆ ਰਹੇ ਨੇ, ਉਸ ਨੂੰ ਲੈ ਕੇ ਕੇਂਦਰੀ ਸਿਹਤ ਮੰਤਰਾਲਾ ਕੀ ਕਦਮ ਚੁੱਕ ਰਿਹਾ, ਔਰ ਖਾਸ ਤੌਰ ਤੇ ਵੈਕਸੀਨੇਸ਼ਨ, ਕਰੋਨਾ ਦੀ ਜਿਹੜੀ ਵੈਕਸੀਨੇਸ਼ਨ ਹੈ ਉਸ ਦੀ ਸਥਿਤੀ ਕੀ ਹੈ, ਸੂਬਿਆਂ ਦੇ ਵਿੱਚ ਸੂਬਿਆਂ ਨੂੰ ਕਿੰਨੀ ਜਿਹੜੀ ਵੈਕਸੀਨੇਸ਼ਨ ਹੈ ਉਹ ਸਪਲਾਈ ਹੁੰਦੀ ਹੈ ਔਰ ਕਿੰਨੀ ਸੂਬੇ ਉਸ ਦੀ ਵਰਤੋਂ ਕਰ ਰਹੇ ਨੇ। ਸੋ ਮਹਿਮਾਨ ਸਾਡੇ ਨਾਲ ਜੁੜਨਗੇ, ਗੱਲਬਾਤ ਕਰਾਂਗੇ ਅਸੀਂ ਇਹਨਾਂ ਹੀ ਨੁਕਤਿਆਂ ਤੋਂ ਕਿ ਕਿੰਨੀ ਖਤਰਨਾਕ ਹੈ ਕਰੋਨਾ ਦੀ ਦੂਸਰੀ ਲਹਿਰ, ਜ਼ਿਆਦਾ ਟੈਸਟਿੰਗ, ਜ਼ਿਆਦਾ ਵੈਕਸੀਨੇਸ਼ਨ ਕਿਉਂ ਜ਼ਰੂਰੀ ਹੈ, ਕਿਵੇਂ ਕਰੋਨਾ ਤੋਂ ਨਿਜਾਤ ਮਿਲ ਸਕਦੀ ਹੈ। ਸੋ ਇਹ ਸਭ ਜਿਹੜੇ ਨੇ ਇਹ ਅਸੀਂ ਇਹਨਾਂ ਮੁੱਦਿਆਂ ਤੇ ਜਾਂ ਇਹਨਾਂ ਵਿਸ਼ਿਆਂ ਤੇ ਗੱਲਬਾਤ ਕਰਾਂਗੇ, ਕਿਉਂਕਿ ਬਹੁਤ ਸਾਰੀਆਂ ਜਿਹੜੀਆਂ ਚਰਚਾਵਾਂ ਨੇ ਪਿਛਲੇ ਦਿਨਾਂ 'ਚ ਚੱਲਦੀਆਂ ਰਹੀਆਂ ਨੇ ਔਰ ਲਗਾਤਾਰ ਜਦੋਂ ਮਾਮਲਿਆਂ ਦੇ ਵਿੱਚ ਵਾਧਾ ਹੋਣਾ ਸ਼ੁਰੂ ਹੋਇਆ ਤੇ ਉਸ ਤੋਂ ਬਾਅਦ ਲੋਕਾਂ ਦੇ ਵਿੱਚ ਵੀ ਹੁਣ ਇੱਕ ਡਰ, ਇੱਕ ਸਹਿਮ ਜ਼ਰੂਰ ਬੈਠ ਗਿਆ। ਹਾਲਾਂਕਿ ਇਸ ਨੂੰ ਲੈ ਕੇ ਸਿਆਸਤ ਵੀ ਬਹੁਤ ਵੱਡੇ ਪੱਧਰ ਤੇ ਹੋ ਰਹੀ ਹੈ ਔਰ ਕਈ ਵਾਰ ਆਮ ਲੋਕ ਵੀ ਇਹ ਗੱਲਾਂ ਕਰਦੇ, ਇਹ ਕਹਿੰਦੇ ਸੁਣਾਈ ਦਿੰਦੇ ਨੇ ਕਿ ਜੇ ਸਿਆਸਤਦਾਨਾਂ ਨੂੰ ਜਾਂ ਸਿਆਸੀ ਰੈਲੀਆਂ ਦੇ ਵਿੱਚ ਕਰੋਨਾ ਦਾ ਕੋਈ ਅਸਰ ਨਹੀਂ ਹੁੰਦਾ ਤਾਂ ਫਿਰ ਆਮ ਲੋਕਾਂ ਨੂੰ ਅਸਰ ਨਹੀਂ ਕਿਉਂ, ਕੀ ਹੋ ਸਕਦਾ ਹੈ ਜਾਂ ਨਹੀਂ ਹੋ ਸਕਦਾ। ਪਰ ਸੱਚਾਈ ਇਸ ਤੋਂ ਉਲਟ ਹੈ। ਇਹ ਤਰਕ ਹੋ ਸਕਦੇ ਆ ਸੋਸ਼ਲ ਮੀਡੀਆ ਤੇ ਮੈਸੇजेस ਐਕਸਚੇਂਜ ਕਰਨ ਦੇ ਲਈ, ਪਰ ਬਹੁਤ ਸਾਰੇ ਲੋਕਾਂ ਨੂੰ ਕਰੋਨਾ ਹੋ ਰਿਹਾ ਹੈ, ਉਹਨਾਂ ਦੀ ਜਾਨ ਵੀ ਜਾ ਰਹੀ ਹੈ। ਉਹਨਾਂ ਪਰਿਵਾਰਾਂ ਨੂੰ ਜੇ ਪੁੱਛਿਆ ਜਾਵੇ ਜਿਨ੍ਹਾਂ ਦੇ ਘਰ ਦੇ ਦੋ ਜੀ ਇਸ ਖਤਰਨਾਕ ਬਿਮਾਰੀ ਦੀ ਭੇਟ ਚੜ ਗਏ ਹੈ, ਤਾਂ ਬਹੁਤ ਲੋਕ ਬਾਖੂਬੀ ਜਾਣਦੇ ਨੇ ਕਿ ਇਸ ਵੇਲੇ ਕਰੋਨਾ ਕਿੰਨਾ ਖਤਰਨਾਕ ਹੈ। ਫਿਰ ਵੀ ਅਸੀਂ ਇਸ ਬਾਰੇ ਜਾਣਨ ਦੀ ਕੋਸ਼ਿਸ਼ ਕਰਾਂਗੇ। ਮਹਿਮਾਨ ਸਾਡੇ ਨਾਲ ਜੁੜਨਗੇ, ਉਹਨਾਂ ਦਾ ਤਾਰਫ ਕਰਵਾਵਾਂਗੇ ਔਰ ਉਹਨਾਂ ਤੋਂ ਪੂਰੀ ਡਿਟੇਲਡ ਜਾਣਕਾਰੀ ਲਵਾਂਗੇ ਕਿ ਇਸ ਵੇਲੇ ਕਿਹੜੀਆਂ ਕੁਤਾਹੀਆਂ ਨੇ ਜਿੱਥੋਂ ਕਰੋਨਾ ਜ਼ਿਆਦਾ ਫੈਲ ਗਿਆ, ਦੂਸਰੀ ਵਾਰ ਕਿਉਂ ਇੰਨੇ ਖਤਰਨਾਕ ਤਰੀਕੇ ਦੇ ਨਾਲ ਸਾਹਮਣੇ ਆਇਆ। ਸਰਕਾਰਾਂ ਨੂੰ ਸਖਤ ਫੈਸਲੇ ਲੈਣੇ ਪੈ ਰਹੇ ਆ। ਹਾਲਾਂਕਿ ਪਿਛਲੀ ਵਾਰ ਜਦੋਂ ਕਰੋਨਾ ਦੀ ਲਹਿਰ ਆਈ ਸੀ ਉਦੋਂ ਬੜੇ ਵੱਡੇ ਦਾਅਵੇ ਹੋਏ ਸੀ ਸਿਹਤ ਮੰਤਰਾਲੇ ਵੱਲੋਂ, ਸੂਬਿਆਂ ਦੀਆਂ ਸਰਕਾਰਾਂ ਵੱਲੋਂ ਕਿ ਸਿਹਤ ਦੇ ਜਿਹੜੇ ਇੰਤਜ਼ਾਮ ਨੇ ਬਹੁਤ ਵੱਡੇ ਪੱਧਰ ਤੇ ਕੀਤੇ ਗਏ ਨੇ, ਪਰ ਅਸਲ ਦੇ ਵਿੱਚ ਉਹ ਸਾਰੇ ਇੰਤਜ਼ਾਮ ਜਿਹੜੇ ਨੇ ਉਹ ਇੱਕ ਤਰੀਕੇ ਨਾਲ ਕਰੋਨਾ ਦੀ ਇਸ ਲਹਿਰ ਦੇ ਅੱਗੇ ਬੌਣੇ ਸਾਬਤ ਹੋ ਗਏ। ਜਾਂ ਦੂਸਰੇ ਸ਼ਬਦਾਂ 'ਚ ਇਹ ਕਹਿ ਸਕਦੇ ਹਾਂ ਕਿ ਕਰੋਨਾ ਕਿਸੇ ਨੂੰ ਹੋਣਾ ਇੰਨਾ ਖਤਰਨਾਕ ਨਹੀਂ ਹੈ ਜਿੰਨੀ ਖਤਰਨਾਕ ਉਹ ਸਥਿਤੀਆਂ ਪੈਦਾ ਕਰ ਦਿੰਦਾ, ਔਰ ਅਸੀਂ ਉਹਨਾਂ ਸਥਿਤੀਆਂ ਦੇ ਨਾਲ ਲੜਨ ਦੇ, ਉਹਨਾਂ ਸਥਿਤੀਆਂ ਨਾਲ ਨਜਿੱਠਣ ਦੇ ਉਸ ਪੱਧਰ ਤੇ ਸਮਰੱਥ ਨਹੀਂ ਹਾਂ। ਸੋ ਇਸ ਕਰਕੇ ਅਸੀਂ ਨਿਊਜ਼ 18 ਪੰਜਾਬ ਦੇ ਜ਼ਰੀਏ ਵਾਰ-ਵਾਰ ਦਰਸ਼ਕਾਂ ਨੂੰ ਇਹ ਅਪੀਲ ਵੀ ਕਰਦੇ ਹਾਂ ਕਿ ਇਸ ਨੂੰ ਗੰਭੀਰਤਾ ਦੇ ਨਾਲ ਲਿਆ ਜਾਵੇ, ਲਾਪਰਵਾਹੀ ਬਿਲਕੁਲ ਨਾ ਵਰਤੀ ਜਾਵੇ, ਕਿਉਂਕਿ ਹਰ ਇੱਕ ਦੀ ਜਿਹੜੀ ਜ਼ਿੰਦਗੀ ਹੈ ਉਹ ਬਹੁਤ ਕੀਮਤੀ ਹੈ ਔਰ ਹਰ ਇੱਕ ਦੇ ਆਪਣੇ ਹੱਥ 'ਚ ਹੈ ਇਹ ਜਿਹੜੀਆਂ ਕਰੋਨਾ ਤੋਂ ਬਚਾਅ ਦੀਆਂ ਜਿਹੜੇ ਨਿਯਮ ਨੇ ਉਹਨਾਂ ਦਾ ਪਾਲਨ ਕਰਨਾ ਔਰ ਆਪਣੇ ਪਰਿਵਾਰ ਦਾ ਔਰ ਆਪਣਾ ਸਭ ਦਾ ਧਿਆਨ ਰੱਖਣਾ। ਸੋ ਅੱਜ ਅਸੀਂ ਗੱਲਬਾਤ ਕਰਾਂਗੇ, ਮਹਿਮਾਨ ਸਾਡੇ ਨਾਲ ਜੁੜਨਗੇ। ਪੰਜਾਬ ਦੀ ਅਸੀਂ ਜੋ ਫਿਗਰ ਹੈ, ਜੋ ਡਾਟਾ ਹੈ ਉਹ ਲਵਾਂਗੇ। ਸਾਡੇ ਨਾਲ ਡਾਕਟਰ ਰਜਿੰਦਰ ਭੂਸ਼ਣ ਜੁੜ ਰਹੇ ਨੇ, ਇੰਚਾਰਜ ਨੇ ਕੋਵਿਡ ਵੈਕਸੀਨੇਸ਼ਨ ਡਿਸਟ੍ਰਿਕਟ ਮੋਹਾਲੀ ਦੇ। ਉਹਨਾਂ ਤੋਂ ਜਾਣਾਂਗੇ ਕਿ ਕਿਸ ਤਰੀਕੇ ਦੀ ਸਥਿਤੀ ਹੈ ਪੰਜਾਬ ਦੇ ਵਿੱਚ, ਕਿਉਂਕਿ ਜਿਹੜੇ ਕੇਸਿਸ ਲਗਾਤਾਰ ਕਰੀਬ 4000 ਤੋਂ ਜ਼ਿਆਦਾ ਅੰਕੜਾ ਪਹੁੰਚ ਚੁੱਕਿਆ। ਕੱਲ ਵੀ 4398 ਕੇਸ ਜਿਹੜੇ ਨੇ ਇੱਕ ਦਿਨ ਦੇ ਵਿੱਚ ਸਾਹਮਣੇ ਆਏ ਸੀ ਔਰ 60 ਦੇ ਕਰੀਬ ਜਿਹੜਾ ਉਹ ਮੌਤਾਂ ਦਾ ਅੰਕੜਾ ਹੈ। ਕਿਸੇ ਦਿਨ 56, 57, 58, ਕਿਸੇ ਦਿਨ 60 ਤੋਂ ਬਾਅਦ ਜਿਹੜੇ ਨੇ ਉਹ ਹੋ ਰਹੇ ਨੇ। ਸੋ ਸ਼ੁਰੂ ਕਰਦੇ ਅੱਜ ਦਾ ਸਫ਼ਰ। ਸੋ ਕਰੋਨਾ ਇਸ ਵੇਲੇ ਕਿੰਨਾ ਖਤਰਨਾਕ ਹੈ, ਇਸ ਤੇ ਅਸੀਂ ਚਰਚਾ ਕਰ ਰਹੇ ਹਾਂ। ਕਰੋਨਾ ਦੀ ਜਿਹੜੀ ਦੂਸਰੀ ਲਹਿਰ ਹੈ ਕਿਉਂ ਉਸ ਨੂੰ ਜ਼ਿਆਦਾ ਖਤਰਨਾਕ ਮੰਨਿਆ ਜਾ ਰਿਹਾ ਹੈ, ਕੀ ਉਸ ਦੇ ਪ੍ਰਭਾਵ ਨੇ ਔਰ ਕਿਸ ਤਰੀਕੇ ਨਾਲ ਉਹ ਲੋਕਾਂ ਨੂੰ ਚਪੇਟ 'ਚ ਲੈ ਲੈਂਦੀ ਹੈ। ਪੰਜਾਬ ਦੇ ਜੇ ਅਸੀਂ ਆંકੜੇ ਦੱਸੀਏ, ਪੰਜਾਬ 'ਚ ਕਰੋਨਾ ਦੀ ਪੋਜ਼ਿਟਿਵ ਦਰ ਜਿਹੜੀ ਹੈ ਉਹ 8.1% ਹੈ ਇਸ ਵੇਲੇ, ਔਰ 40 ਸਾਲ ਤੋਂ ਜਿਹੜੇ ਘੱਟ ਉਮਰ ਦੇ ਲੋਕ ਨੇ ਉਹਨਾਂ 'ਚ ਕਰੋਨਾ ਦੀ ਜਿਹੜੀ ਪੋਜ਼ਿਟਿਵ ਦਰ ਹੈ ਉਸ ਦੇ ਵਿੱਚ ਕਮੀ ਆਈ ਹੈ, ਉਹ ਘਟੀ ਹੈ। ਪਰ ਕੇਸਿਸ ਜਿਹੜੇ ਨੇ ਉਹ ਕਾਫੀ ਵੱਡੀ ਤਾਦਾਦ 'ਚ ਸਾਹਮਣੇ ਆ ਜਾਣਗੇ। 54% ਤੋਂ ਘੱਟ ਕੇ 50% ਹੈ ਜਿਹੜੀ ਉਹ 40 ਸਾਲ ਤੋਂ ਘੱਟ ਉਮਰ ਵਾਲਿਆਂ ਦੇ ਵਿੱਚ ਜਿਹੜੀ ਇਹ ਦਰ ਸੀ ਇਹ ਹੋਈ ਹੈ, ਪਰ ਹੋ ਬਹੁਤ ਵੱਡੇ ਪੱਧਰ ਤੇ ਉਹਨਾਂ ਨੂੰ ਰਿਹਾ ਹੈ। ਜਿਹੜੇ 60 ਸਾਲ ਤੋਂ ਘੱਟ ਉਮਰ ਵਾਲੇ ਨੇ ਉਹਨਾਂ ਦੀ ਮੌਤ ਦਰ ਘਟੀ ਹੈ। ਸੋ ਇਹ ਆંકੜੇ ਅਸੀਂ ਨਾਲ ਦੀ ਨਾਲ ਦੱਸਦੇ ਰਵਾਂਗੇ ਗ੍ਰਾਫਿਕਸ ਦੇ ਜ਼ਰੀਏ। ਸਾਡੇ ਨਾਲ ਡਾਕਟਰ ਰਜਿੰਦਰ ਭੂਸ਼ਣ ਜੁੜ ਚੁੱਕੇ ਨੇ, ਉਹਨਾਂ ਦੇ ਨਾਲ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ। ਇੰਚਾਰਜ ਨੇ ਕੋਵਿਡ ਵੈਕਸੀਨੇਸ਼ਨ ਮੋਹਾਲੀ ਤੋਂ। ਡਾਕਟਰ ਸਾਹਿਬ
ਨਿਊਜ਼ 18 ਪੰਜਾਬ ਦੇ ਵਿੱਚ ਇਸ ਵੇਲੇ, ਕਿਉਂਕਿ ਲੋਕਾਂ ਨੂੰ ਅਵੇਅਰ ਕਰਨਾ, ਜਾਣਕਾਰੀ ਦੇਣਾ ਬੜਾ ਜ਼ਰੂਰੀ ਹੈ। ਸੋ ਡਾਕਟਰ ਸਾਹਿਬ, ਸ਼ੁਰੂਆਤ ਮੈਂ ਇੱਥੋਂ ਹੀ ਕਰੂੰਗਾ ਪੰਜਾਬ ਦੀ ਸਥਿਤੀ ਤੋਂ, ਕਿਉਂਕਿ ਕਈ ਵਾਰ ਮੀਡੀਆ ਦੇ ਵਿੱਚ ਆંકੜੇ ਜਾਰੀ ਹੁੰਦੇ ਆ, ਲੋਕ ਉਹਨਾਂ ਨੂੰ ਅਲੱਗ-ਅਲੱਗ ਸੰਦਰਭ ਦੇ ਵਿੱਚ ਲੈਂਦੇ ਆ, ਦੇਖਦੇ ਆ। ਬਹੁਤ ਲੋਕ ਇਸ ਕਹਿਣ ਦੇ ਵਿੱਚ ਕੋਈ ਦੋ ਰਾਏ ਨਹੀਂ ਹੈ, ਤੁਹਾਨੂੰ ਵੀ ਪਤਾ ਹੋਣਾ ਕਿ ਲੋਕ ਇਸ ਨੂੰ ਇੰਨੇ ਜ਼ਿਆਦਾ ਸੀਰੀਅਸਲੀ ਨਹੀਂ ਲੈ ਰਹੇ ਔਰ ਬੜੇ ਵੱਖਰੇ ਤਰਕ ਦਿੱਤੇ ਜਾਂਦੇ ਆ ਕਿ ਸ਼ਰਾਬ ਦੇ ਠੇਕੇ ਖੁੱਲ੍ਹੇ ਆ ਤੇ ਸਕੂਲ ਕਿਉਂ ਬੰਦ ਕੀਤੇ ਜਾਂਦੇ ਆ, ਜਾਂ ਫਿਰ ਸਿਆਸੀ ਰੈਲੀਆਂ ਹੋ ਰਹੀਆਂ, ਧਾਰਮਿਕ ਸਮਾਗਮ ਹੋ ਰਹੇ ਆ ਤਾਂ ਫਿਰ ਸਾਨੂੰ ਕੀ ਹੋਣਾ। ਇਸ ਤਰੀਕੇ ਦੇ ਤਰਕ ਦਿੱਤੇ ਜਾਂਦੇ ਆ। ਸੋ ਥੋੜਾ ਜਿਹਾ ਪਹਿਲਾਂ ਤੁਹਾਡੇ ਤੋਂ ਸਥਿਤੀ ਸਮਝਣਾ ਚਾਹਾਂਗੇ, ਫਿਰ ਕੇਂਦਰੀ ਸਿਹਤ ਮੰਤਰਾਲੇ ਤੋਂ ਵੀ, ਯੂਨੀਅਨ ਮਿਨਿਸਟਰੀ ਤੋਂ ਵੀ ਡਾਕਟਰ NK ਅਰੋੜਾ ਆਪਣੇ ਨਾਲ ਜੁੜ ਰਹੇ ਨੇ, ਉਹਨਾਂ ਦੇ ਨਾਲ ਵੀ ਗੱਲਬਾਤ ਨੂੰ ਅੱਗੇ ਵਧਾਵਾਂਗੇ। ਪਹਿਲਾਂ ਪੰਜਾਬ ਦੀ ਥੋੜੀ ਜਿਹੀ ਸਥਿਤੀ ਡਾਕਟਰ ਸਾਹਿਬ ਸਮਝਾ ਸਕੋ ਤਾਂ। ਹਾਂਜੀ, ਨਮਸਕਾਰ ਜੀ। ਜਿਵੇਂ ਕਿ ਆਪਾਂ ਦੇਖ ਰਹੇ ਹਾਂ, ਪੰਜਾਬ ਵਿੱਚ ਕਰੋਨਾ ਬਹੁਤ ਤੇਜ਼ੀ ਨਾਲ ਫੈਲ ਰਿਹਾ ਹੈ। ਇਸ ਟਾਈਮ ਜਿਵੇਂ ਡੇਲੀ ਅਪਰੋਕਸੀਮੇਟਲੀ 4000 ਦੇ ਕੇਸ, 4000 ਤੋਂ ਉੱਪਰ ਕੇਸ ਆਪਣੇ ਕੋਲ ਪੰਜਾਬ ਵਿੱਚ ਆ ਰਹੇ ਹਨ, ਜੋ ਕਿ ਬਹੁਤ ਹੀ ਖਤਰਨਾਕ ਸਥਿਤੀ ਹੈ। ਇਹ ਪਿਛਲੇ ਜੋ ਵੇਵ ਸੀ ਉਸ ਨਾਲੋਂ ਕੇਸ ਕਿਤੇ ਜ਼ਿਆਦਾ ਹਨ। ਉਸ ਟਾਈਮ ਆਪਾਂ ਕਾਫੀ ਪ੍ਰੀਕਾਸ਼ਨਸ ਵੀ ਲੈ ਰਹੇ ਸੀ, ਕਾਫੀ ਕੁਝ ਲੈ ਰਹੇ ਸੀ। ਇਸ ਟਾਈਮ ਆਪਾਂ ਸੋਸ਼ਲ ਡਿਸਟੈਂਸ, ਮਾਸਕ, ਹੈਂਡ ਸੈਨੀਟਾਈਜ਼ਰ ਤੇ ਹੈਂਡ ਵਾਸ਼ ਸਭ ਕੁਝ ਭੁੱਲ ਚੁੱਕੇ ਹਾਂ। ਆਪਾਂ ਬਹੁਤ ਹੀ ਜ਼ਿਆਦਾ ਲਾਪਰਵਾਹ ਹੋ ਚੁੱਕੇ ਹਾਂ। ਪਬਲਿਕ ਦਾ ਬਿਲਕੁਲ ਕੋਈ ਇਸ ਵੱਲ ਧਿਆਨ ਨਹੀਂ। ਇਹ ਵੇਵ ਪਹਿਲਾਂ ਨਾਲੋਂ ਕਾਫੀ ਖਤਰਨਾਕ ਹੈ। ਜਿਵੇਂ ਕਿ ਸ਼ੁਰੂ ਵਿੱਚ ਸਟੱਡੀ ਹੋਈ ਸੀ, 400 ਵਿੱਚੋਂ 321 ਕੇਸ ਸਾਡੇ ਯੂਕੇ ਸਟ੍ਰੇਨ ਵਾਲੇ ਸੀ। ਇਹ ਵੇਵ ਆਲਮੋਸਟ ਸਾਰੀ ਵੇਵ ਯੂਕੇ ਸਟ੍ਰੇਨ ਦੀ ਹੈ। ਯੂਕੇ ਸਟ੍ਰੇਨ ਦੀ ਖਾਸੀਅਤ ਇਹ ਹੈ ਵੀ ਇਹ ਬਹੁਤ ਜ਼ਿਆਦਾ ਇਨਫੈਕਟਿਵਿਟੀ ਬਹੁਤ ਜ਼ਿਆਦਾ ਇਹਦੀ, ਬਹੁਤ ਜਲਦੀ ਫੈਲਦਾ ਤੇ ਬਹੁਤ ਸਾਰੇ ਲੋਕਾਂ ਨੂੰ ਇਹ ਕਰ ਰਿਹਾ। ਪਿਛਲੀ ਵਾਰ ਦੇਖਿਆ ਹੋਣਾ ਆਪਣੇ ਘਰ ਵਿੱਚ 1 ਜਾਂ 2 ਬੰਦੇ ਪੋਜ਼ਿਟਿਵ ਹੁੰਦੇ ਸੀ, ਪਰ ਜੋ ਹੁਣ ਅਸੀਂ ਐਤਕੀ ਆਬਜ਼ਰਵ ਕੀਤਾ, ਪੂਰੇ ਤੇ ਪੂਰੀ ਫੈਮਿਲੀ 5 ਦੇ 5 ਲੋਕ ਇਸ ਘਰ ਵਿੱਚ ਜਿਹੜਾ ਇੱਕ ਵਾਰੀ ਆ ਜਾਏ ਪੋਜ਼ਿਟਿਵ ਹੋ ਰਹੇ ਹਨ। ਦੂਸਰੀ ਇਸ ਟਾਈਮ ਜੋ ਖਤਰਨਾਕ ਚੀਜ਼ ਹੈ ਕਿ ਇਹ ਥੋੜੀ ਯੰਗਰ ਜਨਰੇਸ਼ਨ ਨੂੰ ਵੀ ਲੈ ਰਿਹਾ ਹੈ। ਲਾਸਟ ਈਅਰ ਆਪਾਂ ਕਹਿੰਦੇ ਸੀ ਵੀ ਸਿਰਫ ਉਹਨਾਂ ਨੂੰ ਡਰ ਹੈ ਜਿਹੜੇ ਕਿ 60 ਸਾਲ ਤੋਂ ਉੱਪਰ ਹੈ ਜਾਂ 50 ਸਾਲ ਤੋਂ ਉੱਪਰ ਹੈ, ਉਹ ਵੀ ਜਿਨ੍ਹਾਂ ਨੂੰ ਸਿਰਫ ਨਾਲ ਡਾਇਬਟੀਜ਼ ਹੈ, ਸ਼ੂਗਰ ਹੈ, ਹਾਈਪਰਟੈਂਸ਼ਨ ਹੈ, ਜਾਂ ਕੋਈ ਕਿਡਨੀ ਦੀ ਪ੍ਰੋਬਲਮ ਹੈ, ਜਾਂ ਜਿਹਨਾਂ ਟ੍ਰਾਂਸਪਲਾਂਟ ਹੋਇਆ। ਮੋਸਟਲੀ ਜਿਹੜੇ ਡੈਥ ਵੀ ਸੀ ਉਹਨਾਂ ਵਿੱਚ ਹੀ ਹੁੰਦੀਆਂ ਸੀ, ਜਿਹੜੀਆਂ ਕੋਮੋਰਬਿਡਿਟੀ ਜਿਹਨੂੰ ਆਪਾਂ ਕਹਿੰਦੇ ਹਨ, ਉਹਨਾਂ ਨਾਲ ਰਿਲੇਟਡ ਸੀ। ਪਰ ਇਸ ਤਰ੍ਹਾਂ ਇਹ ਵੇਵ ਬਿਲਕੁਲ ਡਿਫਰੈਂਟ ਹੈ। ਇਸ ਟਾਈਮ ਈਵਨ ਸਾਡੇ ਕੋਲ ਵੀ 2-3 ਇਹੋ ਜਿਹੇ ਕੇਸ ਦਾਖਲ ਹਨ, ਜਿਵੇਂ ਪ੍ਰੈਗਨੈਂਟ ਲੇਡੀਜ਼। ਲਾਸਟ ਈਅਰ ਸਾਡੇ ਕੋਲ ਅਪਰੋਕਸੀਮੇਟਲੀ 300 ਦੇ ਕਰੀਬ ਪ੍ਰੈਗਨੈਂਟ ਲੇਡੀਜ਼ ਆਈਆਂ ਸੀ, ਪਰ ਕਿਸੇ ਨੂੰ ਵੀ ਕੋਈ ਪ੍ਰੋਬਲਮ ਨਹੀਂ ਸੀ, ਕਿਸੇ ਨੂੰ ਕੋਈ ਆਕਸੀਜਨ ਦੀ ਲੋੜ ਨਹੀਂ ਪਈ ਸੀ, ਕਿਸੇ ਨੂੰ ਕੋਈ ਦਵਾਈ ਦੀ ਲੋੜ ਨਹੀਂ ਪਈ ਸੀ। ਜੋ ਇਸ ਵੇਵ ਵਿੱਚ ਉਲਟ ਹਨ, ਇਸ ਵੇਵ ਵਿੱਚ ਪ੍ਰੈਗਨੈਂਟ ਲੇਡੀਜ਼ ਨੂੰ ਵੀ ਪ੍ਰੋਬਲਮ ਆ ਰਹੀ ਹੈ, ਉਹਨਾਂ ਨੂੰ ਵੀ ਆਕਸੀਜਨ ਦੀ ਲੋੜ ਪੈ ਰਹੀ ਹੈ। ਈਵਨ ਬੱਚੇ, 6 ਸਾਲ ਦਾ ਬੱਚਾ ਇੱਕ ਸਾਡੇ ਕੋਲ ਹੈ, ਉਹ ਵੀ ਸਾਡੇ ਕੋਲ ਹੈ, ਟ੍ਰੀਟਮੈਂਟ ਚੱਲ ਰਿਹਾ। ਛੋਟੇ ਬੱਚੇ ਵੀ ਜਿਹੜੇ ਕਿ ਇਸ ਟਾਈਮ ਉਹਨਾਂ ਨੂੰ ਵੀ ਜ਼ਰੂਰਤ ਪੈ ਰਹੀ ਹੈ, ਐਡਮਿਸ਼ਨ ਦੀ ਜ਼ਰੂਰਤ ਪੈ ਰਹੀ ਹੈ ਤੇ ਆਕਸੀਜਨ ਦੀ ਜ਼ਰੂਰਤ ਪੈ ਰਹੀ ਹੈ। ਇਸ ਕਰਕੇ ਇਸ ਵੇਵ ਤੋਂ ਆਪਾਂ ਨੂੰ ਬਹੁਤ ਹੀ ਜ਼ਿਆਦਾ, ਪਹਿਲਾਂ ਨਾਲੋਂ ਵੀ ਜ਼ਿਆਦਾ ਆਪਾਂ ਨੂੰ ਧਿਆਨ ਕਰਨ ਦੀ ਲੋੜ ਹੈ। ਜਦੋਂ ਕਿ ਆਪਾਂ ਉਲਟਾ, ਆਪਾਂ ਪਿਛਲੇ ਵਾਰੀ ਡਰ ਜ਼ਿਆਦਾ ਸੀ ਤੇ ਇਸ ਟਾਈਮ ਆਪਾਂ ਬਿਲਕੁਲ ਹੀ ਡਰੇ ਨਹੀਂ ਹੈ, ਜੋ ਕਿ ਅੱਛੀ ਗੱਲ ਨਹੀਂ ਹੈ। ਜਿਸ ਨਾਲ ਬਹੁਤ ਆਪਾਂ ਨੂੰ, ਜਿਵੇਂ ਹਜੇ ਵੇਵ ਇਹ ਕਹਿ ਰਹੇ ਹੋ, ਹਜੇ ਆਪਣੀ ਪੀਕ ਆਪਾਂ ਪਹੁੰਚੀ ਨਹੀਂ। ਪੀਕ ਆਪਾਂ ਨੂੰ ਲੱਗਦਾ ਹੈ ਨੈਕਸਟ ਵੀਕ ਜਾਂ ਹੋਰ 15 ਦਿਨ ਨੂੰ ਪੀਕ ਆਣੀ ਹੈ, ਤੇ ਉਸ ਟਾਈਮ ਆਪਾਂ ਨੂੰ ਫਿਰ ਪਿਛਲੇ ਸਾਲ ਵਾਂਗੂ ਕਿਤੇ ਆਪਾਂ ਨੂੰ ਦੁਬਾਰਾ ਬੈਡਸ ਦੀ ਪ੍ਰੋਬਲਮ, ਆਕਸੀਜਨ ਦੀ ਪ੍ਰੋਬਲਮ ਨਾ ਆ ਜਾਵੇ। ਹਾਲਾਂਕਿ ਕਾਫੀ ਕੁਝ ਉਸ ਤਰ੍ਹਾਂ ਪਿਛਲੇ ਨਾਲੋਂ ਟ੍ਰੀਟਮੈਂਟ ਵਾਈਜ਼ ਜਾਂ ਡਾਕਟਰ ਸਾਹਿਬ ਸਿਹਤ ਪ੍ਰਬੰਧ ਪੂਰੇ ਨੇ। ਇਸ ਵੇਲੇ ਵੀ ਇਹ ਬਹੁਤ ਥਾਵਾਂ ਤੋਂ ਖਬਰਾਂ ਆਉਂਦੀਆਂ ਨੇ ਕਿ ਹਸਪਤਾਲਾਂ 'ਚ ਕਮੀ ਹੈ। ਦੇਖੋ, ਇਸ ਟਾਈਮ ਬਹੁਤ ਜ਼ਿਆਦਾ ਅਪਗ੍ਰੇਡ ਹੋ ਚੁੱਕਿਆ। ਲਾਸਟ ਈਅਰ ਸਾਡਾ ਜਿਹੜਾ ਸਿਵਲ ਹਸਪਤਾਲ ਮੋਹਾਲੀ, ਉਹ 20 ਬੈੱਡ ਦਾ ਹਸਪਤਾਲ ਸੀਗਾ, ਜਿਹੜਾ ਕਿ ਹੁਣ ਵਧਾ ਕੇ ਅਸੀਂ 60 ਬੈੱਡ ਕਰ ਚੁੱਕੇ। ਪਰ ਅਨਫੋਰਚੂਨੇਟਲੀ 60 ਵਿੱਚੋਂ ਵੀ ਜਸਟ 5-6 ਬੈੱਡ ਖਾਲੀ ਹੈ, ਸਾਰੇ ਭਰੇ ਹੋਏ ਹੈ। ਆਕਸੀਜਨ ਦਾ ਪੂਰਾ ਪ੍ਰਬੰਧ ਹੈ, ਕੋਈ ਐਸੀ ਬਿਲਕੁਲ ਕੋਈ ਗੱਲ ਨਹੀਂ। ਪਰ ਜਿਸ ਤਰ੍ਹਾਂ ਕੇਸ ਵਧ ਰਹੇ ਹੈ, ਚਲੋ ਪ੍ਰੋਬਲਮ ਆ ਰਹੀ ਹੈ, ਜਿਵੇਂ ਹੁਣ ਆਪਾਂ ਸੁਣ ਰਹੇ ਹਾਂ। ਹਾਲਾਂਕਿ ਪੰਜਾਬ 'ਚ ਬਿਲਕੁਲ ਪ੍ਰੋਬਲਮ ਨਹੀਂ ਹੈ, ਬਾਹਰਲੇ ਆਪਾਂ ਸਟੇਟਸ ਤੋਂ ਸੁਣ ਰਹੇ ਇੰਜੈਕਸ਼ਨ ਰੈਮਡੀਸਿਵਿਰ ਦੀ ਪ੍ਰੋਬਲਮ ਆ ਰਹੀ। ਹਾਲਾਂਕਿ ਪੰਜਾਬ ਵਿੱਚ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਹੈ, ਕੋਈ ਆਕਸੀਜਨ ਦੀ ਜਾਂ ਕੋਈ ਦਵਾਈ ਦੀ ਕਿਸ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਹੈ। ਠੀਕ ਹੈ। ਸਾਡੇ ਨਾਲ ਡਾਕਟਰ NK ਅਰੋੜਾ ਵੀ ਜੁੜ ਗਏ ਨੇ, ਯੂਨੀਅਨ ਮਿਨਿਸਟਰੀ ਦੇ ਨਾਲ ਜੁੜੇ ਹੋਏ ਨੇ। ਡਾਕਟਰ ਅਰੋੜਾ ਦੀ ਇੰਟਰੋਡਕਸ਼ਨ ਕਰਵਾ ਦਿੰਦੇ ਆ। ਡਾਕਟਰ ਅਰੋੜਾ ਹੈਡ ਕਰ ਰਹੇ ਨੇ ਆਪਰੇਸ਼ਨ ਰਿਸਰਚ ਗਰੁੱਪ, ਜਿਹੜਾ ਹੈ ਪਾਰਟ ਆਫ ਨੈਸ਼ਨਲ ਟਾਸਕ ਫੋਰਸ ਸੈਟਅਪ ਬਾय ICMR, ਇੰਡੀਅਨ ਕਾਉਂਸਲ ਆਫ ਮੈਡੀਕਲ ਰਿਸਰਚ। ਔਰ ਡਾਕਟਰ ਅਰੋੜਾ ਨੈਸ਼ਨਲ AEFI ਕਮੇਟੀ ਦੇ ਐਡਵਾਈਜ਼ਰ ਵੀ ਨੇ। ਡਾਕਟਰ NK ਅਰੋੜਾ, ਬਹੁਤ-ਬਹੁਤ ਸਵਾਗਤ ਹੈ ਨਿਊਜ਼ 18 ਪੰਜਾਬ ਦੇ ਵਿੱਚ। ਤੁਸੀਂ ਸਰ ਯੂਨੀਅਨ ਮਿਨਿਸਟਰੀ ਦੇ ਨਾਲ ਜੁੜੇ ਹੋਏ ਹੋ ਔਰ ਲਗਾਤਾਰ ਜਿਹੜੀ ਕੋਵਿਡ ਦੀ ਸਥਿਤੀ ਹੈ ਉਸ ਤੇ ਨਜ਼ਰ ਰੱਖ ਰਹੇ ਹੋ। ਅਸੀਂ ਅੱਜ ਪੰਜਾਬ ਦੇ ਸੰਦਰਭ ਦੇ ਵਿੱਚ ਗੱਲਬਾਤ ਕਰ ਰਹੇ ਹਾਂ। ਪੰਜਾਬ ਦੇ ਵਿੱਚ ਜਿਹੜੀ ਸੈਕੰਡ ਵੇਵ ਹੈ ਉਹ ਇੱਕ ਖਤਰਨਾਕ ਤਰੀਕੇ ਨਾਲ ਅੱਗੇ ਵੱਧ ਰਹੀ ਹੈ। ਕਰੀਬ 4400 ਕੇਸਿਸ, 4300 ਮਤਲਬ ਮੋਰ ਦੈਨ 4000 ਕੇਸਿਸ ਪਰ ਡੇ ਆ ਰਹੇ ਨੇ। 60 ਡੈਥਸ ਜਿਹੜੀਆਂ ਨੇ ਔਨ ਐਨ ਐਵਰੇਜ ਹੋ ਰਹੀਆਂ ਨੇ। ਸਥਿਤੀ ਖਤਰਨਾਕ ਹੈ। ਹੁਣੇ ਅਸੀਂ ਡਾਕਟਰ ਰਜਿੰਦਰ ਭੂਸ਼ਣ ਬੈਠੇ ਹੋਏ ਨੇ, ਪੰਜਾਬ ਦੀ ਸਥਿਤੀ ਦੱਸ ਰਹੇ ਸੀ। ਲੋਕਾਂ ਦੇ ਘਰ 'ਚ ਨਾ ਮਾਸਕ ਨੇ, ਨਾ ਸੈਨੀਟਾਈਜ਼ਰ ਵੀ ਘਰਾਂ 'ਚੋਂ ਗਾਇਬ ਹੋ ਗਿਆ। ਲਾਪਰਵਾਹੀ ਬੇਸਾਬੀ ਹੈ। ਤਰਕ ਨੇ ਕਿ ਸਿਆਸੀ ਰੈਲੀਆਂ 'ਚ ਕੁਝ ਨਹੀਂ ਹੁੰਦਾ ਤਾਂ ਸਾਨੂੰ ਕੀ ਹੋਣਾ ਹੈ,
सिर्फ आम लोगों को परेशान किया जा रहा करोना दे ਨਾਂ ते। सो इस तरीके के प्रभाव या स्टेट ऑफ माइंड जिहड़ा हुंदा है वो बन चुका है। थोड़े तो असल स्थिति एक्चुअल स्थिति जाननी चाहांगे। 2.5 लाख का आंकड़ा आया एक दिन दे विच इंडिया दे विच और 1500 डेथ्स जिहड़ियां ने पूरे हिंदुस्तान दे विच पिछले 24 घंटिया दे विच सामने आईयां। धन्यवाद विजय, मेरे को आमंत्रित करने के लिए। मैं यहाँ 2-3 बातें कहना चाहूँगा। वेलकम सर। पहली बात, आपने बहुत अच्छी बात कही कि लोगों ने लापरवाही की इंतहा कर दी है जी। उनको लगता है कि कोरोना कोई बीमारी नहीं है और कोरोना में जो है अगर थोड़ा मोड़ा बुखार हो गया, जुकाम जैसा, लेकिन मुद्दे की बात यह है कि जो बड़ी उम्र के लोग हैं जी, उनमें बहुत सीरियस बीमारी होती है, उनको हॉस्पिटल में करना होता है, उनको आईसीयू में करना होता है और मृत्यु भी उनकी होती है। अब जो बड़े, अगर मेरे को घर में अपने बुजुर्गों की चिंता नहीं है तब तो ये लापरवाही आप इसको जायज़ ठहरा सकते हैं, लेकिन सच्ची बात यह है कि जवान लोग, हमारे युवा साथी, ये बीमारी को फैलाने का एक कारण होता है। बाकी लोग भी हैं क्योंकि वो बाहर जाते हैं, काम करने जाते हैं। अगर उन्होंने कोरोना से संबंधित अपना व्यवहार निभा नहीं किया, कोरोना अप्रोप्रिएट बिहेवियर नहीं किया, मास्क नहीं पहना, हाथ नहीं साफ करे, जैसे आपने बहुत अच्छी बात कही कि सैनिटाइजर गायब हो गए जी जी, ये अगर नहीं करते हैं तो ये इतनी तेजी से फैलता चला जाएगा। और दूसरी बात जो डॉक्टर साहब बोल रहे थे बहुत ही महत्वपूर्ण है कि पूरे उत्तर भारत में ये जो वेरिएंट है, जो म्यूटेशन वाला है, ये बहुत ही इन्फेक्शियस है। अगर आपको पिछले साल याद हो तो घर में एक आध आदमी संक्रमित होता था, इन्फेक्टेड होता था, लेकिन अभी पूरा का पूरा फैमिली, एक बार कोई एक को बीमारी हुई तो सबको हो जाती है। तो ये बहुत ही इन्फेक्शियस है और बच्चों को भी प्रभावित करता है। तो ये मत सोचें कि खाली बुजुर्ग ही हमारे बीमार होंगे। अब मेरे बच्चे भी अगर बीमार होने लगेंगे और उनको भी अस्पताल में दाखिल करना होता है, सीवियर बीमारी होती है, तो ये हम सब के लिए चिंता की बात है। और इसका रुकाव, एक तरफ तो टीकाकरण तो है ही, 45 साल से ऊपर वाले को अगर मैं टीका देता हूं तो ये देखा गया है भारत में इस समय भी जिन जिन को टीका दिया है उसमें मृत्यु बहुत ही कम होने की संभावना है, इक्का दुक्का केस है, लेकिन उनमें बीमारी भी नहीं होती। दूसरी तरफ अगर हम जो छोटे, जो 45 साल से कम है, अगर ध्यान नहीं करेंगे तो हमारे पास कोई और रास्ता नहीं है इस बीमारी को से लड़ने का और रोकने का। डॉक्टर साहब, पिछला जो स्ट्रेन आया था और इस बार का जो स्ट्रेन आया है, दोनों में फर्क क्या है? दोनों में फर्क ये है कि ये वाला स्ट्रेन बॉडी को बहुत थोड़ी मात्रा में और थोड़ी देर में ही, अगर मैं किसी के साथ हूं और वो व्यक्ति संक्रमित है तो मेरे को इन्फेक्शन हो जाता है। यानी कि ये बीमारी, वायरस जो है, एकदम दूसरे व्यक्ति को बहुत तेजी से पकड़ लेता है और बहुत जल्दी पकड़ लेता है। तो बीमारी असल में ये है कि वायरस को रोकने के लिए पूरा प्रयास किया जा रहा है, तो वायरस भी कहता है कि मैं अब जिंदा रहना चाहता हूं, तो वो और तेजी से फैलने का प्रयास कर रहा है। तो ये जो बदला हुआ वायरस है, म्यूटेंट वायरस है, ये तेजी से प्रसार कर रहा है कि ज्यादा से ज्यादा लोगों को संक्रमित हो सके और अपना रूप बदलने, इसी कारण से रूप बदला है अपना। और खासकर पंजाब की सिचुएशन के बारे में अगर मैं जानना चाहूं तो यूनियन हेल्थ मिनिस्ट्री जो है वो पंजाब को किस कॉन्टेक्स्ट में ले रही है? पंजाब की स्थिति जो है वो आपके डिपार्टमेंट के पॉइंट ऑफ व्यू से किस तरीके की है और क्या उसको लेकर वहां पे डिस्कशन होती है या क्या स्टेप्स जो हैं वो लिए जा रहे हैं? मैं एक जनरल सी बात कहूंगा कि पंजाब की स्थिति बाकी प्रदेशों से ज्यादा फर्क नहीं है जी। और पंजाब में खास तौर पे ये हुआ कि शुरू में यूके का स्ट्रेन आया और उसकी वजह से बहुत तेजी से जो है संक्रमण का प्रसार हुआ, लेकिन साथ ही साथ भारत के भी जो स्ट्रेन्स हैं, जो वेरिएंट्स हैं या म्यूटेंट्स हैं, वो भी पूरे उत्तर भारत में फैल गए। वो शुरुआत महाराष्ट्र से हुए लेकिन अब पूरे भारत में हैं। तो दोनों तरह के स्ट्रेन्स जो हैं पूरे देश में फैले हुए हैं और उसकी वजह से बहुत तेजी से ये बीमारी फैल रही है। और हम लोग जिस भी प्रदेश में, जिस शहर में, जिस घर में लापरवाही जितनी ज्यादा होगी उतनी ज्यादा संभावना है कि वहां पर बीमारी बहुत फैलेगी। डॉक्टर रजिंदर, ਤੁਹਾਡੇ ਤੋਂ जानना ਚਾਹਾਂਗੇ, ਤੁਸੀਂ रोज क्योंकि डेली हॉस्पिटल्स ਦੇ ਵਿੱਚ पेशेंट आ रहे हैं, उन्होंने ਦੇ ਨਾਲ ट्रीट कर रहे हो, वास्ता हो रहे हो,
ਸਿੰਪਟਮਸ ਕੀ ਨੇ? ਜੇ ਮੈਂ ਫੋਰ ਐਗਜ਼ਾਮਪਲ ਤੁਹਾਨੂੰ ਇਹ ਪੁੱਛਾਂ ਕਿ ਜੇ ਕੋਈ ਵਿਅਕਤੀ ਘਰ ਦੇ ਵਿੱਚ ਹੈ, ਉਹਨੂੰ ਬੁਖਾਰ ਨਹੀਂ ਹੋਇਆ, ਪਰ ਹੋਰ ਕਿਸ ਤਰੀਕੇ ਦੇ ਸਿੰਪਟਮਸ ਨੇ ਜਿਸ ਤੋਂ ਇਹ ਪਤਾ ਚੱਲ ਸਕੇ ਕਿ ਤੁਸੀਂ ਕਰੋਨਾ ਤੋਂ ਕਿਤੋਂ ਇਨਫੈਕਟਡ ਤਾਂ ਨਹੀਂ ਹੋ, ਤਾਂ ਕਿ ਬੰਦਾ ਘੱਟੋ ਘੱਟ ਆਪਣਾ ਖਿਆਲ ਉਸ ਵੇਲੇ ਉਸ ਤਰੀਕੇ ਨਾਲ ਰੱਖ ਸਕੇ? ਸੋ ਕਿਸ ਤਰੀਕੇ ਨਾਲ ਪਤਾ ਚੱਲਦਾ? ਦੇਖੋ, ਮੇਨ ਸਿੰਪਟਮ ਜੋ ਖਾਂਸੀ, ਬੁਖਾਰ, ਜ਼ੁਕਾਮ, ਗਲਾ ਖਰਾਬ, ਉਹ ਤਾਂ ਹੈ ਹੀ ਹੈ। ਇਸ ਵਾਇਰਸ ਵੀ ਹੈ, ਪਹਿਲਾਂ ਵੀ ਸੀ, ਹਰ ਵਾਇਰਸ 'ਚ ਹੁੰਦਾ ਹੈ। ਉਸ ਤੋਂ ਬਿਨਾਂ ਜਿਵੇਂ ਲਾਸ ਆਫ ਸਮੈਲ, ਲੂਜ਼ ਮੋਸ਼ਨ, ਵੋਮਟਿੰਗ, ਸਡਨਲੀ ਇੱਕਦਮ ਕਦੇ ਬਹੁਤ ਜ਼ਿਆਦਾ ਵੀਕਨੈਸ ਆ ਗਈ, ਬੋਡੀ ਏਕਸ, ਬਹੁਤ ਜ਼ਿਆਦਾ ਬੋਡੀ ਏਕਸ ਹੋਣ ਲੱਗ ਗਏ, ਵੀਕਨੈਸ ਆ ਗਈ, ਇਹ ਵੀ ਇਸ ਦੇ ਨਵੇਂ ਸਿੰਪਟਮਸ ਹਨ। ਫਿਰ ਕਨਫਿਊਜ਼ਨ, ਕਾਫੀ ਜ਼ਿਆਦਾ ਲੋਕਾਂ ਨੂੰ ਦੇਖਦੇ ਸਿਰਫ ਘਬਰਾਹਟ ਹੁੰਦੀ ਹੈ। ਉਹਨਾਂ ਦੇ ਵੀ ਜਦੋਂ ਅਸੀਂ ਟੈਸਟ ਕਰਦੇ, ਸਾਡੇ ਕੋਲ ਲੋਕ ਕਿਸੇ ਹੋਰ ਪ੍ਰੋਬਲਮ ਲਈ ਆਏ ਤਾਂ ਉਸ ਟੈਸਟ ਕਰਦੇ ਤਾਂ ਉਹ ਵੀ ਇਵਨ ਪੋਜ਼ਿਟਿਵ ਆ ਰਹੇ ਹੈ। ਸਿੰਪਟਮ ਬਹੁਤ ਵੈਰਾਈਟੀ ਆਫ ਸਿੰਪਟਮਸ ਹੈ। ਜਦੋਂ ਵੀ ਆਪਾਂ ਨੂੰ ਕੋਈ ਵੀ ਅਬਨੋਰਮਲ ਚੀਜ਼ ਆਪਣੇ ਤੋਂ ਲੱਗਦੀ ਹੈ ਵੀ ਅੱਜ ਆਪਾਂ ਇਹ ਆਪਣੀ 'ਚ ਨਹੀਂ ਹੈ, ਤਾਂ ਉਹ ਸਾਰੇ ਆਪਾਂ ਨੂੰ ਜ਼ਰੂਰ ਕੋਵਿਡ ਟੈਸਟ ਕਰਾਉਣਾ ਚਾਹੀਦਾ। ਕਿਸੇ ਤਰ੍ਹਾਂ ਦੀ ਵੀ ਆਪਾਂ ਨੂੰ ਜੋ ਆਪਣੇ ਬੋਡੀ 'ਚ ਚੇਂਜ ਲੱਗ ਰਹੀ ਹੈ ਤਾਂ ਵੀ ਸ਼ੁੱਡ ਗੈਟ ਕੋਵਿਡ ਟੈਸਟਿੰਗ। ਠੀਕ ਹੈ। ਔਰ ਵੈਕਸੀਨੇਸ਼ਨ ਨੂੰ ਲੈ ਕੇ ਡਾਕਟਰ ਸਾਹਿਬ, ਹਾਲੇ ਬਹੁਤ ਲੋਕਾਂ ਦੇ ਵਿੱਚ ਇਸ ਚੀਜ਼ ਦਾ ਡਰ ਵੀ ਹੈ ਕਿ ਵੈਕਸੀਨੇਸ਼ਨ, ਪਤਾ ਨਹੀਂ ਇੰਜੈਕਸ਼ਨ ਲਵਾ ਲਿਆ ਤੇ ਕੀ ਹੋ ਜਾਏਗਾ। ਬਹੁਤ ਲੋਕ ਹਾਲਾਂਕਿ ਅੱਗੇ ਵੀ ਆ ਰਹੇ ਹੈ, ਲਵਾ ਵੀ ਰਹੇ ਹੈ। ਪਹਿਲਾਂ ਨਾਲੋਂ ਸਥਿਤੀ ਜ਼ਰੂਰ ਕਾਫੀ ਬਦਲ ਗਈ ਹੈ। ਹੁਣ ਸ਼ੁਰੂਆਤ ਵਾਲਾ ਗੱਲ ਨਹੀਂ ਹੈਗੀ, ਜਦੋਂ ਨਵੀਂ ਵੈਕਸੀਨ ਲਾਂਚ ਹੋਈ ਸੀ ਤਾਂ ਹਰ ਕੋਈ ਡਰਦਾ ਸੀ। ਹੁਣ ਜ਼ਰੂਰ ਉਸ ਦੇ ਵਿੱਚ ਫਰਕ ਆਇਆ, ਪਰ ਬਹੁਤ ਕੇਸਿਸ ਦੇ ਵਿੱਚ ਜਿਨ੍ਹਾਂ ਨੇ ਵੈਕਸੀਨ ਲਗਵਾਈ ਵੀ ਹੈ, ਜਿਨ੍ਹਾਂ ਨੂੰ ਦੋਨੋਂ ਡੋਜ਼ ਵੀ ਲੱਗੀਆਂ ਨੇ, ਉਹ ਵੀ ਇਨਫੈਕਟ ਹੋ ਰਹੇ ਨੇ। ਇਸ ਦਾ ਮਤਲਬ ਕੀ ਹੈ? ਸਰ ਦੇਖੋ, ਇਹ ਅਸੀਂ ਪਹਿਲਾਂ ਵੀ ਕਹਿ ਰਹੇ ਹਾਂ, ਜਿਹੜਾ ਵੈਕਸੀਨ ਉਹ ਆਪਾਂ ਨੂੰ ਪ੍ਰੋਟੈਕਸ਼ਨ ਦਊਗੀ, ਬਟ ਫਿਰ ਵੀ ਆਪਾਂ ਨੂੰ ਸਾਰਾ ਮਾਸਕ ਤੇ ਸਾਰਾ ਆਪਾਂ ਨੂੰ ਯੂਜ਼ ਕਰਨਾ ਚਾਹੀਦਾ ਹੈ, ਕਿਉਂਕਿ ਦੂਸਰਾ ਬੰਦਾ ਆਪਾਂ ਨੂੰ ਨਹੀਂ ਪਤਾ। ਜਿਹੜੀ ਵੈਕਸੀਨ ਹੈ ਨਾ, ਉਹਦਾ ਇਹ ਕਹਿ ਰਹੇ ਵੀ ਉਹਦਾ ਇਫੈਕਟ ਬੋਡੀ ਤੇ ਇਸ ਤਰ੍ਹਾਂ ਹੋਊਗਾ ਵੀ ਆਪਣੇ ਬੋਡੀ ਦੇ ਅੰਦਰ ਵਾਇਰਸ ਨਹੀਂ ਜਾਊਗਾ ਤੇ ਕੋਈ ਬੋਡੀ ਨੂੰ ਸਵੀਅਰ ਡਿਜ਼ੀਜ਼ ਨਹੀਂ ਕਰੂਗਾ, ਜਾਂ ਡੈਥ ਰੇਟ ਨਹੀਂ ਹੈ। ਕੋਈ ਵੀ ਇਸ ਤਰ੍ਹਾਂ ਕੋਈ ਕੇਸ ਨਹੀਂ ਦੇਖਿਆ। ਹਾਂਜੀ, ਆਲਦੋ ਵੈਕਸੀਨ ਨਾਲ ਇਹ ਨਹੀਂ ਵੀ ਆਪਾਂ ਕਹਿ ਸਕਦੇ ਇਹਦੀ ਐਫੀਕੇਸੀ 80% ਤੋਂ 90% ਹੈ, 10% ਫਿਰ ਵੀ ਚਾਂਸ ਹੈ ਵੈਕਸੀਨ ਤੋਂ ਬਾਅਦ ਵੀ, ਦੋਨੇ ਡੋਜ਼ ਤੋਂ ਬਾਅਦ ਵੀ ਹੋਣ ਦਾ, ਪਰ ਇਹਦੀ ਸਵੀਅਰਟੀ ਨਹੀਂ ਹੋਊਗੀ। ਇਹ ਆਪਾਂ ਹੁਣ ਤੱਕ ਦੇਖ ਰਹੇ ਹਾਂ ਵੀ ਇਹਦੀ ਕੋਈ ਸਵੀਅਰਟੀ ਨਹੀਂ ਹੋ ਰਹੀ। ਜਿਹਨਾਂ ਨੂੰ ਪ੍ਰੋਪਰ ਡੋਜ਼ ਲੱਗੀ ਹੈ ਤਾਂ ਉਹਨੂੰ ਕੋਈ ਐਡਮਿਸ਼ਨ ਦੀ ਲੋੜ ਨਹੀਂ ਪੈ ਰਹੀ, ਕੋਈ ਆਕਸੀਜਨ ਦੀ ਲੋੜ ਨਹੀਂ ਪੈ ਰਹੀ, ਜੋ ਸਾਡੀ ਆਬਜ਼ਰਵੇਸ਼ਨ ਹੈ ਹੁਣ ਤੱਕ। ਪਰ ਫਿਰ ਵੀ ਆਪਾਂ ਨੂੰ ਪੂਰੇ ਪ੍ਰੀਕਾਸ਼ਨ ਤਾਂ ਫਿਰ ਵੀ ਚਾਹੀਦੇ ਆ। ਵੈਕਸੀਨੇਸ਼ਨ ਬਾਰੇ ਜਾਨਣਾ ਚਾਹੂੰਗਾ ਕਿ ਵੈਕਸੀਨੇਸ਼ਨ ਨੂੰ ਲੈ ਕੇ ਬਹੁਤ ਸਾਰੇ ਜਿਹੜੇ ਭਰਮ ਨੇ ਉਹ ਲੋਕਾਂ ਦੇ ਵਿੱਚ ਹਾਲੇ ਵੀ ਬਰਕਰਾਰ ਨੇ। ਬਹੁਤ ਜ਼ਿਆਦਾ ਲੋਕ ਉਸ ਨੂੰ ਲੈ ਕੇ ਵੀ ਕੋਈ ਬਹੁਤ ਜ਼ਿਆਦਾ, ਜੇ ਆਪਾਂ ਕਹੀਏ ਕਿ ਫੁੱਲੀ ਅਵੇਅਰ ਨੇ ਤਾਂ ਗਲਤ ਹੋਏਗਾ। ਫੁੱਲੀ ਅਵੇਅਰ ਨਹੀਂ ਹੈ, ਅੱਜ ਵੀ ਬਹੁਤ ਲੋਕ ਡਰਦੇ ਨੇ ਵੈਕਸੀਨ ਲਗਵਾਉਣ ਤੋਂ। ਔਰ ਜਦੋਂ ਇਹੋ ਜੀ ਕੋਈ ਖਬਰ ਆ ਜਾਂਦੀ ਹੈ ਜਾਂ ਲੋਕ ਇੱਕ ਦੂਸਰੇ ਨੂੰ ਖੁਦ ਹੀ ਦੱਸ ਦਿੰਦੇ ਨੇ ਕਿ ਜੀ ਸਾਨੂੰ ਵੈਕਸੀਨ ਲੱਗੀ ਸੀ, ਉਸ ਤੋਂ ਬਾਅਦ ਵੀ ਸਾਨੂੰ ਕਰੋਨਾ ਹੋ ਗਿਆ, ਤਾਂ ਲੋਕ ਫਿਰ ਥੋੜੇ ਜਿਹੇ ਹੋਰ ਲਾਪਰਵਾਹ ਹੋ ਜਾਂਦੇ ਆ ਇਸ ਚੀਜ਼ ਨੂੰ ਲੈ ਕੇ। ਸੋ ਥੋੜਾ ਜਿਹਾ ਡਿਟੇਲ ਚ ਵੈਕਸੀਨੇਸ਼ਨ ਦੇ ਬਾਰੇ ਜਾਂ ਉਸਦੇ ਫਾਇਦੇ, ਜਾਂ ਜੇ ਵੈਕਸੀਨੇਸ਼ਨ ਲੱਗਣ ਤੋਂ ਬਾਅਦ ਕੋਈ ਸਿੰਪਟਮ ਆਉਂਦੇ ਵੀ ਨੇ ਤਾਂ ਉਹ ਕਿਸ ਤਰੀਕੇ ਦੇ ਆਉਂਦੇ ਨੇ, ਤਾਂ ਕਿ ਬੰਦਾ ਡਰੇ ਨਾ ਘੱਟੋ ਘੱਟ। ये बहुत अच्छा सवाल है, बहुत ही ज़रूरी सवाल है। पहली बात तो ये है कि वैक्सीन लगाने के बाद मेरे को कोई नुकसान तो नहीं होगा, तो ये पूर्णतः सुरक्षित वैक्सीन है। इसमें हल्का बुखार और जहाँ पर टीका लगाया वहाँ इंजेक्शन वगैरह तो हो सकता है, लेकिन इससे ज़्यादा कुछ नहीं है। लेकिन दूसरी चीज़ जो आपने पूछी वो बहुत इम्पॉर्टेंट है कि वैक्सीन लगाने से मेरा इन्फेक्शन कम नहीं होता। देखिए, कोरोना की वजह से दो चीज़ें होती हैं। पहले वायरस मेरे शरीर में घुसता है, जिसको हम इन्फेक्शन या संक्रमण कहते हैं। दूसरा, वो हम मेरे शरीर में घुस के बीमारी पैदा करता है कि नहीं करता। तो वैक्सीन लगाने से वायरस मेरे शरीर में या तो बीमारी नहीं पैदा करेगा, और ये बात बिल्कुल पक्की है कि वैक्सीन लगाने के बाद मेरे को गंभीर बीमारी नहीं होती, मेरी मृत्यु नहीं होती अगर वैक्सीन। तो वैक्सीन लगाने का बहुत बड़ा फायदा इसीलिए, और यही कारण है कि वैक्सीन 45 साल से ऊपर वाले लोगों को दी जा रही है, क्योंकि वैक्सीन सबसे ज्यादा गंभीर बीमारी और मृत्यु इन्हीं लोगों में होती है। तो अगर मैंने टीका लगवा लिया और अगर मैंने सुना कि भाई किसी को फिर भी कोरोना हो गया, तो कोई परेशानी नहीं है। अगर आप उसको पूछेंगे कि भाई तेरे को अस्पताल में दाखिल होना पड़ा, वो कहेगा नहीं। आप ऐसा नहीं सुनेंगे कि टीका लगवाने के बाद मृत्यु हो जाने की संभावना। ये सब तो वैक्सीन का सबसे बड़ा फायदा यह है कि मेरे हेल्थ सिस्टम पे प्रेशर कम हो जाता है, मेरे परिवारों को असमय मृत्यु का सामना नहीं करना पड़ता, लेकिन संक्रमण होने की संभावना बनी रहती है। और यही कारण है कि वैक्सीन लगवाने के बाद भी हम सबसे कहते हैं कि कोरोना एप्रोप्रिएट बिहेवियर बनाए रखें। आप तो बच जाएंगे, लेकिन आपके परिवार वाले, आपके अड़ोस पड़ोस वाले, आपके साथ में काम करने वाले, उनको इन्फेक्शन हो सकता है। तो ये बहुत जरूरी है।
और इसलिए टीका लगाना बहुत जरूरी है, जो बड़ी उम्र के लोग हैं और जो छोटे 45 साल से कम के हैं, उनको एक जिम्मेदारी बनती है युवाओं की कि वो अपने घर के जो बड़ी उम्र के लोग हैं, बुजुर्ग हैं, उनको टीका जरूर लगवाएं, नहीं तो उनकी मृत्यु होने की संभावना बहुत बढ़ जाती है। खास तौर पे राजस्थान ऐसा से एक फैला न्यूज हुआ। पढ़ रहा था, न्यूज़पेपर में, हिंदी के न्यूज़पेपर में एक न्यूज छपी थी कल, और उसमें लिखा था कि एक महिला जो है वो 24 घंटे में ही उसके जो लंग्स हैं वो खत्म हो गए। एक दिन पहले टेस्ट हुआ, लंग्स ठीक थे, और 2 दिन बाद जब दोबारा एक्सरे कराया तो लंग्स उसके मतलब 60-70% तक खराब हो गए। सो ये दूसरे स्ट्रेन का जो है असर है, ये कह सकते हैं। और दूसरी बात जो वैक्सीन की आप कर रहे हैं कि अगर वैक्सीन लगी हो तो कम से कम ऐसा इफेक्ट आपकी बॉडी पे नहीं होगा, यही कहना चाह रहे हैं। हाँ विजय, मैं पहली बात तो ये है कि जो आपने जिस महिला का उदाहरण दिया है वो बल्कि 24 घंटे नहीं, कई बार 6-8 घंटे में भी पूरा का पूरा लंग ऐसा हो जाता है पत्थर की तरह। अगर किसी व्यक्ति की दुर्भाग्य से मृत्यु हो जाए और उसका लंग खोला जाए तो बिल्कुल पत्थर की तरह मिलेगा वो। तो यानी 6-8 घंटे में भी खराबी आ सकती है। ये इस नए स्ट्रेन की वजह से नहीं है, ये कोरोना की बीमारी का हिस्सा है। इसी से बचाने के लिए टीकाकरण करा जाता है। जब जिसको टीका लगाया जाएगा उसको ऐसा कभी नहीं होता है, उससे ये पूर्ण तरह से बचा देता है ये। और जिसको दोनों डोज मिल गई डॉक्टर साहब, उसके बाद वो कितनी देर तक हम मान सकते हैं कि वो सुरक्षित है? कम से कम 6 से लेकर 12 महीने के बीच में अभी पूरी तरीके से, लेकिन जितना भी मॉडलिंग एक्सरसाइज की गई है, क्योंकि वैक्सीन शुरुआती अभी दिसंबर में हुआ है या जनवरी में हमारे यहाँ हुआ है, तो कम से कम ये सोच लीजिए कि 6 से 12 के बीच महीने, 8-9 महीने हम सुरक्षित रह सकते हैं। साडे नाल डॉक्टर NK अरोड़ा यूनियन मिनिस्ट्री तो जुड़े हुए ने और ते जिहड़ा है उन्हां दी रिसर्च है, और दूसरे साडे जिहड़े मेहमान ने डॉक्टर रजिंदर भूषण मोहाली तो साडे नाल जुड़े हुए ने, वैक्सीनेशन दा पंजाब दे विच किस तरीके नाल चल रहा उसनूं देख रहे ने। डॉक्टर भूषण तुहाडे तो मैं एक पहला रिएक्शन लेना चाहूँगा कि तुसी जिहड़े पेशेंट्स आ रहे ने वैक्सीनेशन नूं लैके, उस पेशेंट्स नूं किस तरीके दे जिहड़े सिम्पटम्स ने वो देखण दे विच आ रहे ने? क्योंकि अक्सर कईयां दे मन दे विच ये है, सानूं निजी तौर ते कई लोग पुछदे ने कि वैक्सीन लगवा ली, बुखार हो गया, बहुत ज़्यादा बुखार हो गया, या 2 दिन घरे रहना पैना है, या कई लोग डरते ने कि शायद 1-2 जगह ते कोई ऐसियां खबरां आईयां कि किसी की मौत ही हो गई, वैक्सीनेशन लगी सी उसनूं। सो इस तरीके दियां ने, तुसी क्योंकि रोज़ पेशेंट्स दे नाल वास्ता हुंदे हो, लोग आउंदे ने, सो किस तरीके दे सिम्पटम्स ने थोड़ा जिहा जानना चाहूँगा। हाँ जी, चलो बहुत अच्छा तुसी पूछा। ਅਸੀਂ ਦੇਖ ਰਹੇ ਹਾਂ ਕਿ ਦੇਖੋ ਥੋੜਾ ਬੁਖਾਰ 1-2 ਦਿਨ ਬੋਡੀ ਏਕਸ, ਇਹ ਤਾਂ ਅਪਰੋਕਸੀਮੇਟਲੀ 10% ਲੋਕਾਂ ਨੂੰ ਹੋ ਜਾਂਦਾ ਹੈ, ਪਰ ਉਹ 1 ਜਾਂ 2 ਟੈਬਲੇਟ ਆਫ ਪੈਰਾਸਟਾਮੋਲ ਜਾਂ ਕਰੋਸਿਨ ਨਾਲ ਠੀਕ ਹੋ ਜਾਂਦਾ ਹੈ, ਕੋਈ ਲੰਬਾ ਨਹੀਂ ਚੱਲਦਾ। ਸਰੀਰ ਦੁਖਦਾ ਹੈ, ਥਕਾਵਟ ਆਉਂਦੀ ਹੈ, ਨੀਂਦ ਆਉਂਦੀ ਹੈ, 1 ਦਿਨ ਦਾ ਹੁੰਦਾ ਕਿ ਮੈਕਸਿਮਮ 2 ਦਿਨ। ਕੁਝ ਲੋਕਾਂ ਨੂੰ ਜਿਵੇਂ ਹੁਣ ਤੱਕ ਅਸੀਂ 1,25,000 ਵੈਕਸੀਨ ਮੋਹਾਲੀ ਡਿਸਟ੍ਰਿਕਟ ਕਰ ਚੁੱਕੇ ਹਾਂ, ਜਿਸ ਵਿੱਚੋਂ 5-7% ਲੋਕਾਂ ਨੂੰ ਥੋੜੀ ਪ੍ਰੋਬਲਮ ਆਈ, ਜਿਨ੍ਹਾਂ ਨੇ ਕੋਈ ਹਸਪੀਟਲ ਲਿਆਉਣਾ ਪਿਆ, ਡ੍ਰਿਪ ਵਗੈਰਾ ਲਗਾਉਣੀ ਪਈ, ਪਰ ਉਹ ਮਰੀਜ਼ ਵੀ 2-3 ਘੰਟੇ 'ਚ ਠੀਕ ਹੋ ਗਏ। ਇੱਕ ਮਰੀਜ਼ ਨੂੰ ਸਾਨੂੰ ਜਿਹੜਾ ਕਿ ਓਵਰਨਾਈਟ ਰੱਖਣਾ ਪਿਆ, 1 ਲੱਖ ਵਿੱਚੋਂ ਇੱਕ ਮਰੀਜ਼ ਨੂੰ ਸਾਨੂੰ ਪ੍ਰੋਬਲਮ ਆਈ ਹੈ, ਜਿਹਨੂੰ ਕਿ ਅਸੀਂ ਓਵਰਨਾਈਟ ਸਾਨੂੰ ਰੱਖਣਾ ਪਿਆ, ਆਬਜ਼ਰਵ ਕਰਨਾ ਪਿਆ। ਉਹ ਮਰੀਜ਼ ਵੀ ਆਫਟਰ 48 ਆਵਰਸ ਬਿਲਕੁਲ ਠੀਕ ਹੋ ਕੇ ਘਰ ਚਲਾ ਗਿਆ। ਬਾਕੀ ਜਿਵੇਂ ਮੈਂ ਦੱਸਿਆ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ, ਮਾਈਨਰ ਪ੍ਰੋਬਲਮ ਜ਼ਰੂਰ ਹੈ, ਵੈਕਸੀਨ ਦਾ ਪਾਰਟ ਹੈ, ਉਹ ਕਿਸੇ ਵੀ ਵੈਕਸੀਨ ਨਾਲ ਹੋ ਜਾਂਦੀ ਹੈ। ਆਪਾਂ ਬੱਚਿਆਂ ਨੂੰ DPT ਦਿੰਦੇ ਆ, ਉਸ ਨਾਲ ਵੀ ਆਪਾਂ ਸਿਸਟਰ ਤੁਹਾਨੂੰ ਯਾਦ ਹੋਊਗਾ, ਬੱਚੇ ਜਿਹੜੇ ਆਪਾਂ ਦਿੰਦੇ ਆ ਉਹਨਾਂ ਨੂੰ DPT ਦਾ ਇੱਕ ਨਾਲ ਪੈਰਾਸਟਾਮੋਲ ਦੀ ਗੋਲੀ ਨਾਲ ਦਿੰਦੀ, ਚੌਥਾ ਹਿੱਸਾ ਗੋਲੀ ਕਹਿ ਦਿੰਦੇ ਮੈਨੂੰ ਨਾਲ ਲਓ। ਦੈਟ ਇਜ਼ ਪਾਰਟ ਆਫ ਵੈਕਸੀਨ, ਉਹਨੂੰ ਕੋਈ ਸਾਈਡ ਇਫੈਕਟਸ ਨਹੀਂ ਮੰਨਦੇ। ਇਵਨ ਟੈਟਨਸ ਨਾਲ ਥੋੜਾ ਬੁਖਾਰ ਹੋ ਜਾਂਦਾ ਹੈ, ਕੋਈ ਏਜ ਫੈਕਟਰ ਵੀ ਹੈ ਡਾਕਟਰ ਸਾਹਿਬ? ਥੋੜਾ ਜਿਹਾ ਅਸੀਂ ਆਬਜ਼ਰਵ ਕੀਤਾ ਹੈ ਵੀ ਜਿਹੜੇ ਵੱਡਿਆਂ ਨੂੰ ਪ੍ਰੋਬਲਮ ਨਹੀਂ ਆ ਰਹੀ, ਛੋਟੇ ਉਮਰ 'ਚ ਜਿਵੇਂ ਕੁਝ ਸਾਡੇ ਕੋਲ ਫਰੰਟਲਾਈਨ ਵਰਕਰਸ, ਪੁਲਿਸ ਵਾਲਿਆਂ ਨੂੰ ਅਸੀਂ ਜੋ 30 ਸਾਲ ਤੋਂ ਘੱਟ ਨੂੰ ਵੈਕਸੀਨ ਲਾਈ ਸੀ, ਉਹਨਾਂ ਨੂੰ ਥੋੜੀ ਪ੍ਰੋਬਲਮ ਆ ਰਹੀ ਸੀ, ਪਰ ਉਹ ਵੀ ਟੈਂਪਰੇਰੀ ਪ੍ਰੋਬਲਮ ਸੀ। ਉਹਨਾਂ ਨੂੰ ਥੋੜਾ ਬੁਖਾਰ ਤੇਜ਼ ਹੋ ਰਿਹਾ ਸੀ, ਵੋਮਟਿੰਗ ਲੱਗ ਰਹੀਆਂ ਸੀ। ਉਹ ਵੀ ਕੁਝ ਲੋਕ ਸੀ 8-10% ਕਹਿ ਲਓ ਸੀ ਸ਼ੁਰੂ 'ਚ ਆਈ, ਜਿਹੜੇ ਥੋੜੇ ਛੋਟੀ ਉਮਰ ਵਾਲੇ ਆ, ਪਰ ਉਹ ਵੀ ਟੈਂਪਰੇਰੀ ਸੀ। ਇੱਕ ਅੱਧੇ ਇੰਜੈਕਸ਼ਨ ਤੋਂ ਬਾਅਦ ਜਾਂ ਇੱਕ ਡ੍ਰਿਪ ਤੋਂ ਬਾਅਦ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਆਈ। ਇੱਕ ਵਾਰੀ ਹੋ ਸਕਦਾ ਉਸ ਟਾਈਮ ਸ਼ੁਰੂ 'ਚ ਘਬਰਾਹਟ ਇੰਨੀ ਜ਼ਿਆਦਾ ਸੀ, ਵੈਕਸੀਨ ਲਗਵਾ ਨਹੀਂ ਰਹੇ ਸੀ ਲੋਕ, ਡਰ ਰਹੇ ਸੀ, ਫਰੰਟਲਾਈਨ ਵਰਕਰਸ ਵੀ ਡਰ ਰਹੇ ਸੀ, ਹੈਲਥ ਕੇਅਰ ਵਰਕਰਸ ਵੀ ਡਰ ਰਹੇ ਸੀ, ਤਾਂ ਸ਼ਾਇਦ ਉਹ ਪਾਰਟ ਆਫ ਐਂਗਜ਼ਾਇਟੀ ਵੀ ਸੀ। ਉਸ ਤੋਂ ਬਾਅਦ ਹੁਣ ਵੈਕਸੀਨ ਦੀ ਕੋਈ ਪ੍ਰੋਬਲਮ ਨਹੀਂ ਆ ਰਹੀ, ਹੁਣ ਲੋਕ ਖੁਦ ਅੱਗੇ ਆ ਰਹੇ ਆ। ਬਲਕਿ ਹੁਣ ਸਾਨੂੰ ਬਹੁਤ ਸਾਰੀਆਂ ਸੁਸਾਇਟੀਜ਼ ਤੋਂ ਰਿਕੁਐਸਟ ਆ ਰਹੀ, ਹਜੇ ਵੀ ਸਾਡੇ ਕੋਲ। ਹਾਂਜੀ ਹਾਂਜੀ ਜੀ 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 ਸਰ। ਹਾਂ, ਮੈਂ ਕਹਿ ਰਿਹਾ ਸੀ ਹਜੇ ਵੀ ਸਾਡੇ ਕੋਲ ਹੁਣ 40। ਤੁਸੀਂ ਆਪਣੀ ਗੱਲ ਕੰਪਲੀਟ ਕਰੋ ਡਾਕਟਰ ਭੂਸ਼ਣ, ਫਿਰ ਮੈਂ ਡਾਕਟਰ ਅਰੋੜਾ। ਹਾਂਜੀ
हाँ मैं यही कह रहा ਸੀ मैं कि ਹੁਣ ਸਾਡੇ ਕੋਲ ਲੋਕ ਬਹੁਤ ਅੱਗੇ ਆ ਰਹੇ ਆ ਬਲਕਿ ਸਾਡੇ ਕੋਲ ਇਸ ਟਾਈਮ ਵੀ 40 ਸੁਸਾਇਟੀ 40 ਡਿਫਰੈਂਟ ਵਰਕ ਪਲੇਸਸ ਤੋਂ ਸਾਡੇ ਕੋਲ ਰਿਕੁਐਸਟ ਪੈਂਡਿੰਗ ਹੈ ਤੇ ਉਸ ਲਈ ਮੋਬਾਈਲ ਟੀਮਾਂ ਚੱਲ ਰਹੀਆਂ ਸਾਡੇ ਮੋਹਾਲੀ ਵਿੱਚ 16 ਤੇ 32 ਮੋਬਾਈਲ ਟੀਮਾਂ ਚੱਲ ਰਹੀਆਂ ਜਿਹੜੀ ਕਿ ਹਰ ਘਰ ਵਿੱਚ ਜਾ ਕੇ ਜਿੱਥੇ ਵੀ 100 ਲੋਕ ਹੈ ਉੱਥੇ ਜਾ ਕੇ ਅਸੀਂ ਵੈਕਸੀਨ ਲਗਾ ਰਹੇ ਹਾਂ। थैंक यू जी। ओके ओके ठीक है डॉक्टर साहब। डॉक्टर अरोड़ा एक ਜਿਹੜਾ ਇੱਕ ਇੰਜੈਕਸ਼ਨ ਹੈ ਰੈਮਡੇਸਿविर उस इंजैक्शन ਨੂੰ ਲੈ ਕੇ ਬੜੀ ਚਰਚਾ ਹੋ ਰਹੀ ਹੈ। ਕੱਲ ਐਸੀਆਂ ਖਬਰਾਂ ਵੀ ਆਈਆਂ ਸੀ ਕਿ ਉਸ ਇੰਜੈਕਸ਼ਨ ਦੀ ਕਾਲਾਬਾਜ਼ਾਰੀ ਹੋ ਰਹੀ ਹੈ, ਉਹ ਇੰਜੈਕਸ਼ਨ ਮਿਲ ਨਹੀਂ ਰਿਹਾ ਜਾਂ ਉਸ ਦੀ ਬਹੁਤ ਜ਼ਿਆਦਾ ਕੀਮਤ ਵਸੂਲੀ ਜਾ ਰਹੀ ਹੈ ਔਰ ਇਸ ਤਰੀਕੇ ਦੀਆਂ ਵੀ ਚਰਚਾਵਾਂ ਨੇ ਕਿ ਕੋਈ ਇੰਜੈਕਸ਼ਨ ਹੈ ਜਿਹੜਾ ਕੋਰੋਨਾ ਤੋਂ ਬਚਾਅ ਕਰ ਸਕਦਾ ਹੈ। ਸੋ ਉਸ ਨੂੰ ਲੈ ਕੇ ਜਿਹੜੀਆਂ ਕਨਫਿਊਜ਼ਨ ਹੈ ਜਾਂ ਕੀ ਉਸ ਦੀ ਇੰਪੋਰਟੈਂਸ ਹੈ, ਵਾਕਿਆ ਹੀ ਕਿੰਨੇ ਦਾ ਉਹ ਇੰਜੈਕਸ਼ਨ ਹੈ, ਅਗਰ ਗਵਰਨਮੈਂਟ ਅਵੇਲੇਬਲ ਕਰਾਉਂਦੀ ਹੈ ਤਾਂ ਕਿੰਨੇ 'ਚ ਕਰਾਉਂਦੀ ਹੈ, ਉਸ ਬਾਰੇ ਥੋੜੀ ਕਲੈਰਿਟੀ अगर दे सको साढ़े दर्शकों को। थैंक यू। ये बहुत ज़रूरी सवाल है क्योंकि पिछले 3-4 दिन से एक तरह से मार्केट में त्राही मची हुई है कि ये वाला इंजेक्शन मिल नहीं रहा है जी। तो एक तो कुछ हद तक थोड़ी शॉर्टेज है क्योंकि जो कंपनियां थी जो बना रही थी उन्होंने बीच में बनाना कम कर दिया क्योंकि कोरोना ख़त्म हो गया था या कम हो गया था। 8,000 केस थे, अब 2.5 लाख केस हो गए जी। दूसरा ये मैं बताना चाहूँगा कि ये दवाई खाली हॉस्पिटलाइज लोगों को देनी होती है, ठीक है अभी तक, और ये एक्सपेरिमेंटल ड्रग है, ये पक्के तरीके से इस्तेमाल करने लायक नहीं है। ये एक्सपेरिमेंटल ड्रग है, खाली जो मरीज हॉस्पिटल में दाखिल होते हैं उनको दिया जाता है और ये देखा गया है कि अगर ये दवाई दी जाए तो आपका हॉस्पिटल में जो ड्यूरेशन है, अगर आप 6 दिन रहने वाले हैं तो करीब 4-4.5 दिन में छुट्टी हो जाएगी, 10 दिन है तो 8 दिन में छुट्टी हो जाएगी। लेकिन ये भी देखा गया है कि अगर बीमारी बहुत गंभीर है तो बीमारी का जो आउटकम होता है उसके बारे में आप इससे कोई ज़्यादा फायदा नहीं होता। तो ये और केवल डॉक्टर के प्रिस्क्रिप्शन पे होना चाहिए, घर में इस दवाई को बिल्कुल नहीं देना चाहिए जी। और ये भी सुनिश्चित किया गया है कि ये दवाई हॉस्पिटल वाले ही प्रोक्योर कर सकते हैं, दुकानों पे नहीं मिलती है ये दवाई जी। तीसरी चीज कि इसकी कीमत में पिछले कल जो है लगभग 2,000 रुपए की कमी कर दी गई है, तो एवरेज ये 1,000 और 2,500 3,000 रुपए की एक डोज है ये। लेकिन ज्यादा इंपॉर्टेंट ये है कि ऐसा नहीं है कि ये रेमडेसिविर रामबाण है, अगर ये नहीं मिलेगा तो मरीज मर जाएगा, ऐसा नहीं है। ये मरीज को बचाने में इतना ज़्यादा सहयोग नहीं करती, लेकिन अस्पताल में जो रहने की ड्यूरेशन है उसमें सर्टनली कमी आ जाती है। तो मैं लोगों से चाहूँगा कि बेवजह परेशान ना हो, इसको हॉस्पिटल की जिम्मेदारी है कि वो प्रोक्योर करें और कालाबाजारी को रोकने का एक यही तरीका है कि हम अगर बेचैनी ज़्यादा दिखाएंगे तो वो फिर उसकी परेशानी बनी रहेगी। कोई एक्शन भी हुआ है डॉक्टर साहब जो लोग इसकी कालाबाजारी कर रहे हैं? कोई हेल्थ मिनिस्ट्री ने इसको लिया है उस सख्ती के हिसाब से? कुछ लोगों पे एक्शन हुआ है पिछले दिनों में? मैं डायरेक्टली तो इस बारे में कुछ नहीं कह सकता, लेकिन ये तो कालाबाजारी हमेशा इसकी एक अपनी प्रॉब्लम है, लेकिन इतना जानता हूं कि अगले 1 हफ्ते में ये बहुत अच्छी मात्रा में उपलब्ध हो जाएगी। यहाँ पर हमारे देश में 7-8 कंपनियां हैं जो ये बनाती हैं और उनको कहा गया है कि बहुत तेजी से अपना प्रोडक्शन बढ़ा लें, तो अगले 6-7 दिन 4-5-6 दिन में ये बहुत अधिक मात्रा में उपलब्ध हो जाएगी। लेकिन फिर कहना चाहूँगा कि ये बीमारी के लिए रामबाण नहीं है, ये बीमारी को खाली ड्यूरेशन कम करती है। अगर किसी का बहुत सीवियर बीमारी है और वो उसको बचाया नहीं जा सकता तो इस दवाई से देने से वो बचेगा नहीं। ठीक है डॉक्टर भूषण, यही सवाल मेरा तुहाडे तो भी है, पंजाब दे विच की स्थिति है इस चीज़ नूं लैके, जिहड़ा ये इंजैक्शन है उस नूं लैके लोकां दे विच बहुत ये है कि शायद यही इंजैक्शन जिहड़ा है वो रामबाण है, जिवें डॉक्टर अरोड़ा कह रहे हैं कि ऐसी गल नहीं है, एक पार्ट है उस दे विच कुछ कमी कर दिंदा है। और की इस दियां सफिशिएंट पंजाब दे विच इस दा स्टॉक है अगर जरूरत पै भी जाती है हॉस्पिटल्स दे विच? हाँ जी, पंजाब च इस तरह की कोई किस तरह की कमी नहीं है, बल्कि मैं तो ये कहूँगा पंजाब को ज्यादा स्टॉक है जिहड़ा कि साडे पिछली वेव च इन्ना कम नहीं आया। तो हुण भी असीं बहुत सारे इवन सारे प्राइवेट हॉस्पिटल नूं मेडिसिन मुफ्त मंडी है, क्योंकि साडे कोल एक्सट्रा स्टॉक पिया सी जिहड़ा कि इस महीने दी अप्रैल दी एक्सपायरी सीगी। आल्दो उस तो बाद वाली वैक्सीन भी है, तो असीं सारे प्राइवेट हॉस्पिटल नूं पंजाब गवर्नमेंट फ्री च उपलब्ध करा रही है।
ਪੰਜਾਬ ਵਿੱਚ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਹੈ। ਈਵਨ ਜਿਹੜਾ ਇਸ ਤੋਂ ਅਗਲਾ ਇੰਜੈਕਸ਼ਨ ਹੈ ਉਹ ਵੀ ਪੰਜਾਬ ਗਵਰਨਮੈਂਟ ਨੇ ਪ੍ਰੋਕਿਉਰ ਕਰ ਲਿਆ। ਨੈਕਸਟ ਵੀਕ ਸਾਡੇ ਕੋਲ ਉਹ ਵੀ ਇੰਜੈਕਸ਼ਨ ਜੋ L3 ਚ ਯੂਜ਼ ਹੁੰਦਾ ਹੈ ਟੋਸੀ, ਉਹ ਵੀ ਅਵੇਲੇਬਲ ਹੋ ਜਾਊਗਾ। ਪੰਜਾਬ ਵਿੱਚ ਕਿਸੇ ਤਰ੍ਹਾਂ ਦੀ ਔਰ ਡਾਕਟਰ ਸਾਹਿਬ ਦੀ ਕੋਈ ਹੈ ਨਹੀਂ। ਹਾਂਜੀ ਹਾਂਜੀ ਸਰ, ਵੈਕਸੀਨੇਸ਼ਨ ਦੀ ਕਮੀ ਹੈ ਕਿਸੇ ਤਰੀਕੇ ਦੀ ਕੋਈ? ਕਿਉਂਕਿ ਪਿਛਲੇ ਦਿਨੀ ਅਸੀਂ ਇਹ ਵੀ ਚਰਚਾਵਾਂ ਸੁਣੀਆਂ ਸੀ ਕਿ ਵੈਕਸੀਨੇਸ਼ਨ ਜਿੰਨੀ ਜ਼ਰੂਰਤ ਹੈ ਉਸ ਤੋਂ ਘੱਟ ਸਪਲਾਈ ਆ ਰਹੀ ਹੈ। ਕਿਉਂਕਿ ਡਾਕਟਰ ਅਰੋੜਾ ਬੈਠੇ ਨੇ ਹੁਣ, ਤੇ ਆਪਾਂ ਇਹਨਾਂ ਨੂੰ ਪੁੱਛ ਵੀ ਲਵਾਂਗੇ ਔਰ ਸ਼ੋਰਟੀ ਵੀ ਲੈ ਲਾਂਗੇ, ਜੇ ਕੋਈ ਕਮੀ ਹੈ ਤਾਂ ਉਸ ਨੂੰ ਦੂਰ ਵੀ ਕਰਵਾ ਦਿੱਤਾ ਜਾਏਗਾ। ਨਹੀਂ ਦੇਖੋ, ਉਹ ਥੋੜੀ ਪ੍ਰੋਬਲਮ ਇਸ ਤਰ੍ਹਾਂ, ਥੋੜੀ ਜਿਹੀ ਸ਼ਾਰਟੇਜ ਇਸ ਤਰ੍ਹਾਂ ਟੈਂਪਰੇਰੀ 2-4 ਘੰਟੇ ਲਈ ਇਸ ਤਰ੍ਹਾਂ ਪ੍ਰੋਬਲਮ ਆਈ, ਜਿਵੇਂ ਮੋਹਾਲੀ 'ਚ ਵੀ ਕੱਲ ਪਰਸੋਂ ਸਾਡੇ ਕੋਲ ਆਈ ਸੀ। ਕੋਈ ਵੈਕਸੀਨ ਦੀ ਕੋਈ ਸ਼ਾਰਟੇਜ ਨਹੀਂ ਹੈ। 3 ਦਿਨ ਦੀ ਸਾਡੇ ਕੋਲ ਸਪਲਾਈ ਆਉਂਦੀ, ਪੁਣੇ ਤੋਂ ਡਾਇਰੈਕਟ ਸਪਲਾਈ ਆ ਰਹੀ ਹੈ। ਕੁਛ ਇੱਕਦਮ ਪਿਛਲੇ 5-7 ਦਿਨ 'ਚ ਜਿਹੜੀ ਸਾਡੀ ਐਵਰੇਜ ਪਹਿਲਾਂ 1500 2000 ਸੀ, 6000 7000 ਤੱਕ ਐਵਰੇਜ ਪਹੁੰਚ ਗਈ। ਇੱਕਦਮ ਹੀ ਇੰਨਾ ਜੰਪ ਹੋਇਆ क्योंकि बहुत सारे मोबाइल टीम्स हो गई, बहुत लोगों का कॉन्फिडेंस बढ़ गया। उसका टेम्पररी सी, बट दैट इज नॉट कोई ऐसी परमानेंट शॉर्टेज या कोई कमी नहीं है। ये कह लो भी वी वर एकदम इन्नी हाँ जी आ जाऊगी, एकदम आ जाऊगी, बहुत ज्यादा एकदम वैक्सीन बढ़ गई, इस करके 1-2 दिन महसूस होया सी, बट रेगुलर सप्लाई आ रही है। ठीक है डॉक्टर अरोड़ा, किस तरीके का क्राइटेरिया है वैक्सीनेशन नूं लैके स्टेट्स नूं जिहड़ा डिस्ट्रीब्यूट करन दा, कि किन्नी मात्रा दे विच किहड़ी स्टेट नूं डिस्ट्रीब्यूट करनी है, या जिथे जिथे केसेस ज्यादा ने उस हिसाब नाल कर रहे हो? की क्राइटेरिया की है, थोड़ा जा समझना चाहांगे। जो वैक्सीनेशन है, टीकाकरण है, उसमें केसेस क्राइटेरिया इतना महत्वपूर्ण नहीं है। ज्यादा महत्वपूर्ण है उम्र। 45, जैसे कि मैं बार बार कह रहा हूं कि 45 साल से ज्यादा उम्र के लोगों के लिए वैक्सीन दी जा रही है, और इस वैक्सीनेशन का, टीकाकरण का मुख्य उद्देश्य यह है कि गंभीर बीमारी से बड़ी उम्र के लोगों को बचाया जा सके, असमय मृत्यु से बचाया जा सके। तो लोगों की मात्रा तो बराबर वही 45 साल से उम्र से ऊपर। अगर पटियाला मैं सर सप्लाई की बात कर रहा हूं, सप्लाई की स्टेट्स को। हाँ, सप्लाई मेरे को लगता है कि सप्लाई डिवीजन करता है, उसके बारे में मैं ज्यादा कुछ नहीं कह पाऊंगा। लेकिन जहां तक मेरे को बताया गया है कि सप्लाई की मात्रा कहीं कमी नहीं करी गई है, और जो वैक्सीन है वह स्टेट्स को कहा गया है कि जो टारगेट पॉपुलेशन है उसी को दी जाए, और बाकी उसका जो वेस्टेज है जितना कम हो सकेगा उतना अच्छा रहेगा। तो अभी सर मैं वापस उसी बात पे आता हूं। चलो, हमने वैक्सीन के बारे में बात की है, या अभी जो मौजूदा स्थिति है वो स्थिति इस टाइम में क्या है? मैं एक बार फिर वापस उसी सवाल पे आ जाता हूं जहां से हमने शुरू किया था, कि अभी जो मौजूदा स्थिति है वो क्या है, कितना गंभीर है, लोगों को किस तरीके के एहतियात बरतने की ज़रूरत है, ताकि आने वाले दिनों में, जैसे आप कह रहे थे कि अभी पीक आना है, तो आने वाले दिनों में इससे बचा जा सके। घर पे रहकर किस तरीके के इंतजाम हम कर सकते हैं, और अगर हो जाए तो क्या कुछ करना है? थोड़ा सा एक बार दर्शकों की जानकारी के लिए फिर से बता सकें। मैं सब लोगों से फिर से एक निवेदन करूंगा कि कोरोना से बचने का उपाय केवल एक है जी। मास्क लगा के रहें, बार बार हाथ धोएं, और अननेसेसरली घर से बाहर ना जाएं, भीड़ भाड़ वाले इलाके से बचें जी। कोई किसी प्रकार का सामाजिक समारोह ना करें और ना उसमें सम्मिलित हों। ये सबसे जरूरी चीज है, क्योंकि इसके अलावा हमारा कोई बचाव नहीं। दुर्भाग्य से मेरे घर में अगर किसी को अगर कोरोना हो जाता है तो तुरंत उसको आइसोलेट करना है, उनका टॉयलेट अलग होना चाहिए, और उनके साथ साफ सफाई रख करके बाकी लोगों को अपने घर के अंदर भी फिर मास्क पहन के रहना चाहिए, क्योंकि ये हवा के द्वारा भी फैलता है, और इसलिए मास्क लगाना जो है हमारे लिए सबसे जरूरी है। मैं यहाँ पर एक बात और कहना चाहूंगा, हमारे संस्कृति में, कल्चर में लड़कियां चुन्नी मुंह के ऊपर बांध लेती हैं कि भाई धूल धक्कड़ से बचना है। ये भी एक बहुत अच्छा मास्क का तरीका है। इसी तरीके ग्रामीण लोग है स्टोल करके रखते हैं, जो फेंटा या गमछा करके, वो अगर मुंह पे बांध के रखें तो वो भी एक अच्छे मास्क की तरह, और इसमें कोई खर्चा नहीं है, और मैं रोजाना अगर इसको धोता रहता हूं तो ये बहुत एक आसान और एक करने वाला योग्य तरीका है। तो मैं चाहूंगा कि मास्क लगाना और मुंह को ढक के, नाक को ढक के रखना बहुत ही जरूरी है। डॉक्टर रजिंदर, कपड़े दे ਜਿਹੜੇ ਮਾਸਕ ਨੇ ਆਮ ਤੌਰ ਤੇ ਬਹੁਤ ਲੋਕ ਦੇਖਿਆ ਜਾਂਦਾ ਯੂਜ਼ ਕਰਦੇ ਨੇ, ਸਭ ਸੇਫ ਨੇ? ਕਿਉਂਕਿ ਮਾਸਕ ਨੂੰ ਲੈ ਕੇ ਵੀ ਕਈ ਤਰ੍ਹਾਂ ਦੇ ਵੀਡੀਓਜ਼ WhatsApp ਤੇ ਬੜੇ ਵਾਇਰਲ ਹੋ ਰਹੇ ਨੇ ਕਿ ਜਰਮਸ ਉਸ ਦੇ ਵਿੱਚ ਫਸ ਜਾਂਦੇ ਆ,
ਇਹ ਵਾਲਾ ਮਾਸਕ ਅੱਛਾ ਹੈ, ਇਹ ਵਾਲਾ ਖਰਾਬ ਹੈ, ਫਿਰ ਉਹ ਲੋਕ ਉਹਨਾਂ ਵੀਡੀਓਜ਼ ਨੂੰ ਅੱਗੇ ਸ਼ੇਅਰ ਕਰਦੇ ਨੇ ਔਰ ਉਸ ਦੇ ਨਾਲ ਫਿਰ ਹੋਰ ਜਿਹੜੇ ਖਦਸ਼ੇ ਨੇ ਉਹ ਖੜੇ ਹੁੰਦੇ ਨੇ। ਸੋ ਇਹ ਮਾਸਕ ਜਿਹੜੇ ਨੇ ਕੱਪੜੇ ਦੇ ਜਿਵੇਂ ਘਰੇ ਬਣਾਏ ਆਪਾਂ ਯੂਜ਼ ਕਰਦੇ ਆ, ਸੇਫ ਨੇ ਜੇ ਤੁਸੀਂ ਰੋਜ਼ ਉਸ ਨੂੰ ਧੋ ਲਓ? ਹਾਂਜੀ ਬਿਲਕੁਲ, ਹਾਂ ਬਿਲਕੁਲ, ਜੇ ਆਪਾਂ ਉਹਨੂੰ ਪ੍ਰੋਪਰ ਸਫਾਈ ਨਾਲ ਕਰੀਏ, ਧੋ ਲਈਏ, ਨਵੇਂ ਨੈਕਸਟ ਡੇ ਨਵਾਂ ਮਾਸਕ ਯੂਜ਼ ਕਰੀਏ। ਮੈਂ 3-4 ਪਾ ਲੈ ਲਈ, ਅੱਜ ਉਹ ਯੂਜ਼ ਕੀਤਾ, 6 ਘੰਟੇ ਬਾਅਦ ਉਹਨੂੰ ਆਪਾਂ ਜੇ ਚੇਂਜ ਕਰ ਲਈਏ ਤਾਂ ਬਿਲਕੁਲ ਸੇਫ ਹੈ, ਕਿਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਜੀ। ਸਿਰਫ ਉਹਨਾਂ ਨੂੰ ਜਿਹੜੇ ਡਾਇਰੈਕਟਲੀ ਪੇਸ਼ੈਂਟ ਦੇ ਕੰਟੈਕਟ 'ਚ ਉਹਨਾਂ ਨੂੰ ਆਪਾਂ ਨੂੰ ਸਰਜੀਕਲ ਮਾਸਕ ਜਾਂ ਉਹਨਾਂ ਨੂੰ ਆਪਾਂ ਨੂੰ ਦੂਜਾ ਮਾਸਕ ਜਿਹੜਾ N95 ਜੇ ਸਪੋਜ਼ ਕਰੇ ਕੋਈ ਪੋਜ਼ਿਟਿਵ ਹੈ ਉਹਨੂੰ ਆਪਾਂ ਨੂੰ ਜ਼ਰੂਰ ਦੇਣਾ ਚਾਹੀਦਾ ਹੈ, N95 ਵਿਦਆਊਟ ਰੈਸਪੀਰੇਟਰ। ਠੀਕ, ਹਾਂਜੀ ਠੀਕ ਹੈ। ਸੋ ਹੁਣ ਪੰਜਾਬ ਦੀ ਇੱਕ ਵਾਰੀ ਤੁਹਾਡੀ ਜ਼ੁਬਾਨੀ ਐਕਚੁਅਲ ਸਥਿਤੀ ਸਰ ਥੋੜੀ ਜੀ ਜਾਨਣਾ ਚਾਹਾਂਗੇ ਡਾਕਟਰ ਸਾਹਿਬ ਕਿ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਇਸ ਚੀਜ਼ ਦੀ, ਕਿਉਂਕਿ ਸਖਤੀ ਜਿੰਨੀ ਜ਼ਿਆਦਾ ਹੋ ਰਹੀ ਹੈ ਉਨੇ ਹੀ ਜ਼ਿਆਦਾ ਲੋਕਾਂ ਦੇ ਸਵਾਲ ਖੜੇ ਹੋ ਜਾਂਦੇ ਆ ਕਿ ਸਾਡੇ ਤੇ ਸਖਤੀ ਕੀਤੀ ਜਾ ਰਹੀ ਹੈ, ਸਾਡੇ ਕਾਰੋਬਾਰ ਬੰਦ ਹੋ ਗਏ, ਸਾਡਾ ਪਹਿਲਾਂ ਹੀ ਨੁਕਸਾਨ ਹੋ ਚੁੱਕਿਆ ਹੈ, ਹੋਰ ਕਰੋਨਾ ਕੀ ਹੈ। ਜੇ ਵੱਖ-ਵੱਖ ਜਿੰਨੇ ਵੀ ਵਰਗ ਨੇ, ਮੈਂ ਪਾਰਟਿਕੂਲਰਲੀ ਇੱਕ ਚ ਨਹੀਂ ਜਾਣਾ ਚਾਹੂੰਗਾ, ਸਿਆਸਤ ਆਪਣੇ ਤਰੀਕੇ ਨਾਲ ਅੱਗੇ ਵੱਧਦੀ ਰਹਿੰਦੀ ਹੈ, ਸਿਆਸੀ ਆਗੂ ਆਪਣੇ ਤਰੀਕੇ ਨਾਲ ਬਿਆਨ ਦਿੰਦੇ ਨੇ, ਪਰ ਇੱਕ ਵਾਰੀ ਐਕਚੁਅਲ ਸਥਿਤੀ ਪੰਜਾਬ ਦੀ ਤੁਹਾਡੀ ਜ਼ੁਬਾਨੀ। ਦੇਖੋ ਪੰਜਾਬ ਦੀ ਸਥਿਤੀ ਆਪਾਂ ਨੂੰ ਪਤਾ ਹੈ ਕਿ ਕਾਫੀ ਜ਼ਿਆਦਾ ਕੇਸ ਆ ਰਹੇ ਹੈ ਔਰ ਕਾਫੀ ਹਸਪੀਟਲਾਂ 'ਚ ਵੀ ਬੈੱਡ ਦੀ ਕਮੀ ਹੋਣੀ ਸ਼ੁਰੂ ਹੋ ਚੁੱਕੀ ਹੈ। ਆਲਦੋ ਅਸੀਂ ਬਹੁਤ ਗਵਰਨਮੈਂਟ ਨੇ ਸਾਰੀਆਂ ਰੂਟੀਨ ਸਰਜਰੀ ਬੰਦ ਕਰ ਦਿੱਤੀਆਂ, ਸਿਰਫ ਐਮਰਜੈਂਸੀ ਸਰਜਰੀ ਚੱਲ ਰਹੀ ਹੈ, ਇਸ ਕਰਕੇ ਬੈੱਡਸ ਉਸ ਕਰਕੇ ਪੂਰੇ ਹੋ ਰਹੇ ਹੈ, ਪਰ ਫਿਰ ਵੀ ਆਪਾਂ ਨੂੰ ਬਹੁਤ ਧਿਆਨ ਦੀ ਰੱਖਣ ਦੀ ਜ਼ਰੂਰਤ ਹੈ। ਇਸ ਟਾਈਮ ਜਿਵੇਂ ਮੈਂ ਤੁਹਾਨੂੰ ਦੱਸਿਆ ਸਾਡੇ ਕੋਲ ਵੀ 60 ਬੈੱਡ ਵਿੱਚੋਂ 52 ਬੈੱਡ ਸਾਡੇ ਕੋਲ ਫੁੱਲ ਹਨ ਤੇ ਬਾਕੀ ਇਵਨ ਪ੍ਰਾਈਵੇਟ ਹਸਪੀਟਲ ਵਿੱਚ ਆਲਮੋਸਟ ਸਾਰੇ ਆਈਸੀਯੂ ਬੈੱਡ ਫੁੱਲ ਹਨ ਤੇ ਅੱਗੇ ਆ ਕੇ ਆਪਾਂ ਨੂੰ ਪ੍ਰੋਬਲਮ ਹੋ ਸਕਦੀ ਹੈ। ਇਸ ਤੋਂ ਆਪਾਂ ਨੂੰ ਇਸ ਕਰਕੇ ਬਚਣ ਦਾ ਇੱਕ ਤਰੀਕਾ ਇਹੀ ਤਰੀਕਾ ਹੈ ਵੀ ਆਪਾਂ ਇਹਨੂੰ ਥੋੜਾ ਸੀਰੀਅਸ ਲਈਏ, ਜੋ ਵੀ ਆਪਾਂ ਨੂੰ ਹੈ ਸੋਸ਼ਲ ਡਿਸਟੈਂਸ, ਮਾਸਕ, ਸੈਨੀਟਾਈਜ਼ਰ, ਹੈਂਡ ਵਾਸ਼, ਉਹਨੂੰ ਆਪਾਂ ਮਜ਼ਾਕ ਚ ਨਾ ਲਈਏ, ਉਹ ਬਹੁਤ ਜ਼ਰੂਰੀ ਹੈ। ਸੋਸ਼ਲ ਗੈਦਰਿੰਗਸ ਤੋਂ ਆਪਾਂ ਪਰਹੇਜ਼ ਕਰੀਏ, ਕਿਤੇ ਆਪਾਂ ਸੌਂ ਖਾਈਏ ਵੀ ਕਿਤੇ ਆਪਾਂ ਜਾਣਾ ਨਹੀਂ, ਕਿਤੇ ਸੋਸ਼ਲ ਗੈਦਰਿੰਗ ਜਾਣਾ ਨਹੀਂ ਤੇ ਕੋਈ ਕਰਨੀ ਨਹੀਂ। ठीक है डॉक्टर अरोड़ा, आखिरी कमेंट, लास्ट मिनट है। मेरा आखिरी कमेंट फिर वही है कि ये अब जो इस समय वायरस है बहुत ही इन्फेक्शस है, संक्रमित बहुत तेजी से करता है, पूरे परिवार को करता है और उससे बचाव का रास्ता केवल मास्क है और मास्क है। दूसरी चीज कि हमारे घर के जितने भी बड़ी उम्र के लोग हैं, 45 साल के, उनकी हमारी जिम्मेदारी बनती है उनको टीका लगाया जा सके कि हमारे हेल्थ सिस्टम पे वजन कम पड़े और मृत्यु असमय हमें देखनी पड़े। बहुत बहुत धन्यवाद डॉक्टर अरोड़ा और डॉक्टर रजिंदर, तुसी साडे नाल जुड़े और उम्मीद करते हैं कि ये जिहड़ी गलबात है, जिहड़ी जानकारी है ये दर्शकों के लिए, ਜਿਹੜੇ ਸਾਡੇ ਦਰਸ਼ਕ ਇਸ ਵੇਲੇ ਨਿਊਜ਼ 18 ਪੰਜਾਬ ਦੇ ਨਾਲ ਜੁੜੇ ਹੋਏ ਨੇ, ਉਹਨਾਂ ਦੇ ਲਈ ਕਾਫੀ ਯੂਸਫੁਲ ਹੋਏਗੀ ਔਰ ਹੋਰ ਵੀ ਜਾਣਕਾਰ ਲੋਕਾਂ ਨੂੰ ਉਹ ਇਸ ਬਾਰੇ ਅਵੇਅਰ ਕਰਨਗੇ, ਕਿਉਂਕਿ ਜੇ ਜਾਗਰੂਕਤਾ ਹੈ ਤਾਂ ਤੁਸੀਂ ਬਚ ਸਕਦੇ ਹੋ, ਜੇ ਜਾਗਰੂਕਤਾ ਨਹੀਂ ਹੈ ਜਾਂ ਤੁਹਾਨੂੰ ਪਤਾ ਨਹੀਂ ਉਹਨਾਂ ਚੀਜ਼ਾਂ ਬਾਰੇ ਜਾਣਕਾਰੀ ਨਹੀਂ ਹੈ, ਫਿਰ ਕਈ ਵਾਰ ਤੁਸੀਂ ਵੱਡੇ ਨੁਕਸਾਨ ਦੇ ਵਿੱਚ ਫਸ ਜਾਂਦੇ ਹੋ। ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਸਾਡੇ ਨਾਲ ਜੁੜਨ ਲਈ ਔਰ ਦਰਸ਼ਕਾਂ ਤੱਕ ਇਹ ਜਿਹੜੀ ਇੰਪੋਰਟੈਂਟ ਜਾਣਕਾਰੀ ਹੈ ਇਹ ਪਹੁੰਚਾਉਣ ਦੇ ਲਈ। ਖਬਰਾਂ ਦਾ ਪ੍ਰਾਈਮ ਟਾਈਮ ਫਿਲਹਾਲ ਸਾਨੂੰ ਇੱਥੇ ਹੀ ਰੋਕਣਾ ਪਏਗਾ, ਪਰ ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਤੇ ਖਬਰਾਂ ਦਾ ਸਿਲਸਿਲਾ ਲਗਾਤਾਰ ਜਾਰੀ ਚੱਲਦਾ ਹੈ।